सदों कर अनुराग ते प्रसाद सच होए। वाहिगुरु जी की विघ्न विनाशन सोए। वाहिगुरु जी की फतेह है विघ्न विनाशन सोए। वाहिगुरु जी एहि बिद कह कर कमल बदन ते मंद मंद गत जाय। पदवी में पद पंकज सुंदर दास रे जुग साए। बासुर दास सब तुम मह पहुँचे नगर एव नाहार। गए सदन ते दूप न कंदन सेवक का प्रहलाद। वाहिगुरु जी का खालसा वाहिगुरु जी की फतेह। गुरु प्यारी सवारी सास जी आया सतगुरु महाराज जी के चरणों कमलों शब्दी रूपी धारना नाल आप संगतां जुड़े हो। ये भी प्यार समा ही है कोई जो कि तुहाडे अंदर बुजुर्ग मातावां दे चाह है, वो माँ है। तुसीं पढ़दे हो आने वाले समय में किसी को आउंदी नहीं पढ़ू, तो इस करके सोहना समा मिलिया इहनूं सांभिया करो। लाहा लो जिदा भी हो सकदा। महाराज सच्चे पातशाह जी ने दम दम सदा संभालदा दम ना बैठा जय। ये अपने सवासां को संभालना कर, अपने सवासां को सांभ। तेरे एक एक सवास जिहड़ा गुरु नानक के दर ते प्रवान हो जावे। सतनाम श्री वाहिगुरु साहिब जी। ये विध कह कर कमल बदन ते मंद मंद गत जाए। गुरु नानक साहब महाराज सच्चे पातशाह सुल्तानपुर लोधी की धरती तो पहली उदासी को चाले पा दिते हैं। प्यारे प्यारे चरणों के नाल हजूर पातशाह मंद मंद गत जाए। बड़े प्रेम नाल अपना चरण रखते हैं, दूजा चुकते हैं, फिर पीला रखते हैं। कविराज जी कहते इस तरह महाराज जी ने इस पावन धरती तो पहली उदासी की रमता की ते चलना कीता। पदवी में पद पंकज सुंदर दास हृदय जुग साए। कहते महाराज के चरण इन्ने सोहने सी ना, जेड़ा एक बारी दर्शन कर लेंदा सी उहदा हिरदा धन हो जांदा। कई रूहां ना सोहणियां होंदियां, उन्हां दी बोली भी सोहणी होंदी, मस्तक भी सोहना, प्रशादा बणी पकाउण दा तरीका भी सोहना। सच जी सच दी प्रशादे विच कमी होवे चल जांदी, वरताउण वाले च ना होवे। कई बारी वरताउण वाले दे विच इन्नी क ताकत हुंदी बंदे दा जी ना करे। वो कहते इतने प्यार ना जी प्रशादा छको, बस थोड़ा जिहा छक लो। ਉਹਦੇ ਬੋਲਾਂ 'ਚ ਇੰਨਾ ਪਿਆਰ ਹੁੰਦਾ कि बंदे ਨੂੰ ਭੁੱਖ ਨਾ ਹੋਵੇ ਤਾਂ ਵੀ ਛਕ ਲੈਂਦਾ। ਇਹ ਕਈ ਵਾਰੀ ਬੰਦੇ ਨੂੰ ਭੁੱਖ ਹੋਵੇ ਤੇ ਛਕਾਉਣ ਵਾਲਾ ਹੀ ਉਹੋ ਜਿਹਾ ਔਗੜ ਹੋਵੇ, ਉਹ ਸੱਚੀ ਜਾਣੇ ਜਿਹੜੀ ਭੁੱਖ ਉਹਦੇ ਗੱਲਾਂ ਤੋਂ ਹੀ ਬੰਦੇ ਦੀ ਮਰ ਜਾਂਦੀ ਹੈ। ਇਹ ਬੋਲ ਹੁੰਦੇ ਆ। ਇਸੇ ਤਰ੍ਹਾਂ ਮਹਾਰਾਜ ਦੀ ਗੁਰਬਾਣੀ ਦਾ ਹੋਇਆ। ਜਦੋਂ ਮੇਰੇ ਵਰਗੇ ਫਿੱਕੇ ਬੋਲਦੇ ਕੁਛ ਹੁੰਦਾ ਨਹੀਂ, ਜਦੋਂ ਮਹਾਂਪੁਰਖ ਰੰਗੇ ਬੋਲਦੇ ਨਾ ਚਾਹਿਆ ਵੀ ਪੈਣ ਨੂੰ ਜੀ ਕਰ ਪੈਂਦਾ। ਸੋ ਕਵੀਰਾਜ ਕਹਿੰਦੇ ਮਹਾਰਾਜ ਗੁਰੂ ਨਾਨਕ ਜੀ ਦੇ ਚਰਨ ਇੰਨੇ ਸੋਹਣੇ ਇੰਨੇ ਪਿਆਰੇ ਹੈ, ਜਿੱਥੋਂ ਵੀ ਲੰਘ ਜਾਂਦੇ ਧਰਤੀ ਨੂੰ ਪ੍ਰਸੰਨ ਹੀ ਕਰ ਜਾਂਦੇ। ਭਾਵ ਜਿੱਥੇ ਬਾਬਾ ਜਿੱਥੇ ਬਾਬਾ आसन आपन सोवा। पूजा आसन आपन सोवा। जिथे बाबा तरे। जिथे बाबा तरे। पूजा
ਆਸਨ ਆਪਨ ਸੋਆ ਪੂਜੈ ਆਸਨ ਆਪਨ ਸੋਆ ਤੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਮਹਾਰਾਜ ਜਿੱਥੇ ਚਰਨ ਪਾਉਂਦੇ ਉਹ ਧਰਤੀ ਧਨ ਹੋ ਜਾਂਦੀ ਹੈ। ਬਾਸੁਰ ਦਸ ਸਪਤਮ ਮੈਂ ਪਹੁੰਚੀ ਨਗਰ ਹੀਮਨਾਵਤ 17 ਦਿਨਾਂ ਬਾਅਦ ਸੁਲਤਾਨਪੁਰ ਤੋਂ ਏਮਨਾਬਾਦ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਲਈ ਦਰਸ਼ਨ ਦੀਦਾਰ ਬਖਸ਼ੇ। ਉਹ ਆਪਣੇ ਤੋਂ ਵਿਛੜ ਗਏ 1947 ਦੀ ਵੰਡ ਹੋਈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ 17 ਦਿਨਾਂ ਦੇ ਵਿੱਚ ਚੱਲਦੇ ਚੱਲਦੇ ਰਸਤੇ 'ਚ ਪਤਾ ਨਹੀਂ ਕਿੰਨੀ ਕੁ ਸ੍ਰਿਸ਼ਟੀ ਦੇ ਜੀਵਾਂ ਨੂੰ ਨਿਹਾਲ ਕਰਦੇ ਪਹੁੰਚ ਗਏ ਹਨ। ਗਏ ਸਗਨ ਤੈ ਦੋਖਨ ਕੰਦਨ ਸੇਵਕ ਦਾਹ ਲਾਦੂ ਔਰ ਕਹਿੰਦੇ ਹਨ ਕਿ ਪਾਪਾਂ ਦਾ ਨਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਸ੍ਰਿਸ਼ਟੀ ਨੂੰ ਪਿਆਰ ਦੇਣ ਵਾਲੇ ਭਾਈ ਲਾਲੋ ਦੇ ਘਰ ਉਹਨਾਂ ਦੇ ਬੂਹੇ ਤੱਕ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ। ਹੀਰ ਮੁਖਾਰ ਬਿੰਦ ਪਠੰਡ ਪਦ ਬੰਦਨ ਕਰ ਬੰਦੇ ਇਹ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸ ਨੂੰ ਸਵਾਦਲਾ ਬਣਾਇਆ ਗਿਆ ਹੈ। ਇੱਥੇ ਕਵੀ ਰਾਜ ਜੀ ਨੇ ਸੂਖੋਂ ਲਿਖਿਆ ਹੈ, ਗੁਰੂ ਵਿਦਵਾਨਾਂ ਨੇ ਭਾਵਨਾ ਨਾਲ ਲਿਖਿਆ। ਇਹਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਪੁੱਛਿਆ ਨਹੀਂ ਕਿ ਲਾਲੋ ਦਾ ਘਰ ਕਿਹੜਾ। ਪਹਿਲੀ ਵਾਰੀ ਗਏ ਵਰਦਾਨਾ ਨਾਲ, ਪੁੱਛਿਆ ਨਹੀਂ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਭਲੇ ਪੀਰ ਪਛਾਨਤ ਅੱਗੇ ਚੀਟੀ ਤੇ ਕੁੰਚਰ ਸੰਤੁਲਾ ਚੀਟੀ ਕਿਹਨੂੰ ਕਹਿੰਦੇ ਆ? ਕੀੜੀ ਹੌਲੀ ਚੱਲਿਆ ਤੇਜ ਨੂੰ ਕਿੱਥੇ ਜਾਂਦੇ ਆਖੋ ਸਤਨਾਮ ਵਾਹਿਗੁਰੂ ਇੱਕ ਇੱਕ ਸ਼ਬਦ ਮਹਾਰਾਜ ਦੀ ਬਾਣੀ ਦਾ ਨਾ ਵਿਚਾਰਿਆ। ਚੀਟੀ ਕਹਿੰਦੇ ਕੀੜੀ ਨੂੰ, ਕਿਉਂਕਿ ਉਹਦਾ ਆਪਾਂ ਸਾਰਿਆਂ ਨੂੰ 24 ਸਾਹਿਬ ਕੱਢਦਾ ਵਾ ਜੋ ਅਰਥ ਪਤਾ ਹੋਣਗੇ ਫਿਰ ਵੱਖਰਾ ਹੀ ਰਸ ਹੈ। ਉਹਦਾ ਦਾ ਆਪਾਂ ਨੂੰ ਸੁਖਮਨੀ ਸਾਹਿਬ ਕੱਢਦਾ, ਪੰਜ ਸੁਖਮਨੀ ਸਾਹਿਬ ਵੀ ਪੀਰੂਆਂ ਪੜ੍ਹਦੀਆਂ ਪਰ ਭਗਤੀ ਇੱਕ ਦਾ ਵੀ ਅਸਰ ਨਹੀਂ ਹੋਇਆ। ਭਗਤੀ ਕਹਿੰਦੀ ਹੈ ਸਿਮਰੋ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਨ ਮਿਟਾਓ ਤਨ ਦੇ ਵਿੱਚੋਂ ਮਿਟ ਜੂਗਾ। ਮਾਰੇ ਕਹਿੰਦੇ ਚੀਟੀ ਤੇ ਕੁੰਚਰ ਸੰਤੁਲਾ ਕੁੰਚਰ ਕਹਿੰਦੇ ਆ ਹਾਥੀ। ਇਹਦੇ ਪਰਮੇਸ਼ਰ ਦੀ ਜਿਹੜੀ ਨਜ਼ਰ ਹੈ ਨਾ, ਕੀੜੀ ਤੋਂ ਲੈ ਕੇ ਤੇ ਹਾਥੀ ਤੱਕ ਜਿਹੜੀ ਹੈ ਉਹ ਕੰਮ ਕਰਦੀ ਹੈ। ਤੇ ਬੰਦਾ ਤੇ 5-6 ਫੁੱਟ ਦਾ ਇਹ ਕਿੱਥੇ ਲੁਕ ਜੂ ਦੱਸੋ। ਇਹਦੀ ਆਪਾਂ ਕਿਹਾ ਬੂਆ ਤੋਂ ਕੈਮਰਾ ਘੁਮਾ ਦੇ ਤੋਂ ਜਦੋਂ ਪੁੱਠਾ ਸਿੱਧਾ ਕੰਮ ਕਰਨਾ ਹੋਵੇ ਦੁਨੀਆ ਤੋਂ ਆਸੇ ਪਾਸੇ ਹਨੇਰੇ ਹੋ ਜਾਵਾਂਗੇ। ਮਾਲਿਕ ਕਹਿੰਦੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝੇ ਗਾ ਛੁਪਾਈ ਸਾਰਿਆਂ ਨੇ ਕੀਤੇ ਹੈ, ਸਾਰਿਆਂ ਤੇ ਦੇਣ ਆਉਂਦੇ ਚ ਕਿਹੜੀ ਗੱਲ। ਬੰਦਾ ਬੜਾ ਚਾਤਰ ਬਣਦਾ ਕਹਿੰਦਾ ਮੈਨੂੰ ਕਿਹੜਾ ਹੋ ਗਿਆ ਜਾਂ ਆਪਾਂ ਕਿਹਨੂੰ ਕਿਹੜਾ ਪਤਾ ਲੱਗਣ ਦੇਣਾ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਤੇਰਾ ਮਾਲਕ ਜਿਹੜਾ ਨਾ ਉਹਦਾ ਕੈਮਰਾ ਏਦਾਂ ਦਾ ਉੱਤੇ ਕਿਸੇ ਨੂੰ ਕੱਪੜਾ ਨਹੀਂ ਪੈਂਦਾ। ਉਹ ਇੱਕ ਸੈਕਿੰਡ ਦੀ ਜਿਹੜੀ ਖਬਰ ਰੱਖਦਾ ਅੰਤਰਜਾਮੀ ਪੁਰਖ ਵਿਧਾਤਾ ਸ਼ਰਧਾ ਮਨ ਕੀ ਜੋੜੀ। ਇਸ ਕਰਕੇ ਕਹਿੰਦੇ ਕੀੜੀ ਤੋਂ ਲੈ ਕੇ ਤੇ ਹਾਥੀ ਤੱਕ ਭਾਵ ਛੋਟੇ ਤੋਂ ਛੋਟੀ ਕੀੜੀ ਤੇ ਵੱਡੇ ਤੋਂ ਵੱਡਾ ਜਾਨਵਰ ਹਾਥੀ ਹੈ। ਇੰਨੀ ਮਹਾਰਾਜ ਦੀ ਨਜ਼ਰ ਹੈ। ਗੁਰੂ ਗੋਬਿੰਦ ਸਿੰਘ ਚੌਧਰੀ ਸਾਹਿਬ ਕਹਿੰਦੇ ਹਨ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਚੀਟੀ ਤੇ ਕੋਈ ਤੇਰੇ ਸਤੂਲਾ ਸਭ ਪਰ ਕਿਰਪਾ ਸ੍ਰੇਸ਼ਟ ਕਰ ਤੁਲਾ ਹਮਾਰੇ ਸਾਰਿਆਂ ਤੇ ਕਿਰਪਾ ਕਰ ਰਹੇ ਹੈ। ਕਿਸੇ ਦਾ ਫਰਕ ਨਹੀਂ, ਭੇਦ ਭਾਵ ਨਹੀਂ ਸਤਿਗੁਰੂ ਸਮਝਦੇ। ਸੋ ਇਸ ਤਰ੍ਹਾਂ ਕਰਕੇ ਭਾਗਾਂ ਵਾਲਿਓ ਮੇਰੇ ਹਜ਼ੂਰ ਪਾਤਸ਼ਾਹ ਅੰਤਰਜਾਮੀ ਮਹਾਰਾਜ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਲਾਲੋ ਦਾ ਘਰ ਕਿਹੜਾ ਹੈ। ਸਿੱਧੇ ਮਹਾਰਾਜ ਸਾਹਿਬ ਜੀ ਗਏ ਮਰਦਾਨਾ ਕਹਿੰਦਾ ਪਾਤਸ਼ਾਹ ਪਹਿਲਾਂ ਵੀ ਆਏ। ਮਹਾਰਾਜ ਕਹਿੰਦੇ ਨਹੀਂ ਮਰਦਾਨਿਆ ਪਹਿਲੀ ਵਾਰ ਆਏ। ਕਹਿੰਦੇ ਤੁਹਾਨੂੰ ਕਿੱਦਾਂ ਪਤਾ ਘਰ ਇਹ ਹੈ। ਮਹਾਰਾਜ ਹਾਸ ਪਏ ਪਤਾ ਤਾਂ ਸੀ ਮਰਦਾਨੇ ਨੂੰ ਇਹ ਦੁਨੀਆ ਦਾ ਮਾਲਕ ਤੇ ਅੰਦਰ ਦੀ ਜਾਣਦਾ। ਹੁਣ ਆਪਣੇ ਦਰਦ ਹੋ ਰਿਹਾ ਤੇ ਡਾਕਟਰ ਨੂੰ ਪਤਾ ਨਹੀਂ ਲੱਗ ਰਿਹਾ ਕਾਹਦਾ, ਉਹ ਕਹਿੰਦਾ ਸਕੈਨ ਕਰਾਓ।
उस स्कैनिंग के विच एक्सरे दे विच आ गई पथरी। ਉਹਨੂੰ ਕੰਪਿਊਟਰ ਦੀ ਲੋੜ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਆ ਜਾਣਾ ਇਹ ਮਹਾਰਾਜ ਪੈਰਾਂ ਤੋਂ ਸਿਰ ਤੱਕ ਨਕਸ਼ਾ ਖਿੱਚ ਦਿੰਦੇ ਆ। ਇਸ ਕਰਕੇ ਮਹਾਰਾਜ ਦੀ ਜਾਣੀ ਜਾਣ ਘੜ ਘੜ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਨਿਸ਼ਾਨ ਸਾਰਿਆਂ ਦੀਆਂ ਪੀੜਾਂ ਨੂੰ ਪਛਾਣਨ ਵਾਲੇ ਆ ਮੇਰੇ ਹਜ਼ੂਰ ਪਾਤਸ਼ਾਹ ਗਰੀਬ ਵਾਲੇ। ਤੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਦਰਵਾਜ਼ਾ ਖੜਕਾਇਆ। ਜਦ ਦਰਵਾਜ਼ਾ ਖੜਕਿਆ ਤੇ ਅੰਦਰ आवाज आई कौन? गुरु नानक साहब महाराज कहते दो मुसाफिर, गल्लां नूं ध्यान च रखियो। मुसाफिर किहनूं कहते हैं जी? सफर करने वाले। सफर जिन्हें करना होवे वो रस्ते दे विच रुकदा जरूर है, पर घर नहीं बनाउंदा। ये अपना स्टे होया इस धरती ते, आपां मुसाफिर। संसार मुसाफिर खाना है, शरीर एक रस्ता है ते आत्मा जिहड़ी है वो रस्ता तय कर रही सफर दे विच। ये मुसाफिर खाना भी इत्थे छड्ड जाना ते रस्ते भी इत्थे ते जिहड़ा सफर करन वाली आत्मा उहने चली जाना। इस करके महाराज ने शब्द बड़े प्यारे कहे। लालू कहंदा जी कौन? महाराज कहंदे दो मुसाफिर। वो भी अगों भेजिया सी, कहते महाराज सारी दुनिया मुसाफिर है, पक्का कौन है इत्थे? महाराज ने पहली दफा कहे ना बूहा खड़काया, कहते लालो वो अंदरों आवाज दिंदा कहंदा जी कौन? महाराज ने आख्या स्थानक वरदाना। महाराज कहते दो ते अगे भी भेजिया सी रब जानन वाला, कहंदा फकीरो इत्थे सारी दुनिया मुसाफिर है, रहना किने है? महाराज अगों कहते तेन हम सफर बना लीए। जिदा आप ब्याह शादी करते ना, मेरा हम सफर चुनिया गया। कोई हम सफर नहीं जे, ये तो जिदा चिर जीवनिया के मेले आ, मुड़ के किन्ने पुछना। तो इस करके महाराज कहते हम सफर बना लीए। कहता तुसीं परदेसी हो, मैं तुहानूं जानदा नहीं। महाराज कहते बूहा खोलेगा तो जानेगा, सारियां गल्लां अंदर ही कर जाएंगे। कहण दा भाव अज साडे विच ते गुरु ग्रंथ साहिब दे विच रमाला है। रमाला बूहा है, जिन्ना चिर रमाला साहिब नहीं खुलदा उन्ना चिर गुरु ने नहीं मिलना, उन्ना चिर गल्लां नहीं होणीआं। मत्था टेको भावें जिथे मर्जी टेकी जाओ। उस करके महाराज कहंदे भाई बूहा खोल, सारियां गल्लां इत्थे ही करनियां। तुम्हारे सच्चे पातशाह जी कहते हेर मुखार बिंद पाठांडो पद बंधन कर बंदे। कहते फिर बूहा खुलिया, जदों दूरी चेहरा गुरु नानक दा वेख्या, लालू चरणां ते ढह पिया। चरणां ते नमस्कार लम्मे पै गए। इड डौत बंधन अनकबार। साहिब जी दे नेत्र स्वरूप इन्ना वेख्या ठंड वरत गई, क्योंकि पिछले जन्मां दा रिश्ता ब्रह्म ज्ञानी की गल। ब्रह्म ज्ञानी एक चीज होर वेखी, कई बारी आपां कई इंसानां नूं पहली बारी मिले हुंदे आ, पर पहली मुलाकात विच इन्ने एक दूजे नूं प्यार करदे जिवें जन्मां दा रिश्ता हुंदा जी। इस सच्चाई जी जिहड़े अपने ना अपने वो कई बारी बेगाने हो जाते शरीका भाईचारा, पर कई बारी जिहड़े सत बेगाना शब्द आपां वरतीदा वो इन्ना कि नेड़े हो जाता भी अपना सारा कुछ तेरे तो लुटा सकता। इनू मारे बाणी च कहते पूर्व जन्म के मिले संयोगी अंतर को न सहाई। सच है कई बारी बगानियां रूहां इन्ना क कर दिंदियां जिन्ना कदे अपने ने भी कीता। वो एवें नहीं करदियां, वो संयोग हुंदा पिछला ते पूर्वले जन्मां दी साझ हुंदी है। लालू दी बाबे दे नाल सी, ਉਹਨੇ ਉਦੋਂ ਹੀ ਵੇਖ ਲਿਆ, ਨੇਤਰ ਪ੍ਰਸੰਨ ਹੋ ਗਏ ਤੇ ਮਹਾਰਾਜ ਦੇ ਚਰਨਾਂ ਤੇ ਦ੍ਰਿੜਤਾ ਪ੍ਰੇਮ ਸ਼ਰਧਾ ਨਾਲ ਲੰਮੇ ਪੈ ਗਏ ਹਨ। ਚਿਤ ਕਰਤਾਰ ਨਿਤ ਵੈ ਤੁਪ ਬੈਸ ਕਿਰਤ ਕੋ ਕਰੀਏ। ਉੱਪਰਲੀ ਪੰਕਤੀ ਦੋ ਦਰਸ ਬਿਲੋਕਤ ਸ਼ਾਂਤ ਭਈ ਮਨ ਲਾਲੋ ਹਿਰਦੇ ਆਨੰਦੇ। ਪਿਆਰੀ ਪੰਕਤੀ ਛੱਡ ਚੱਲਿਆ ਸਾਖ ਪ੍ਰਸਾਦਾ। कहते भी जो महाराज के चरणों से लालू डिगा ते लालू नूं महाराज ने मोढियां तो पकड़ के आख्या तेरी जगह इत्थे नहीं इत्थे है, इत्थे आ जा तू इत्थे चरणों च की करना है। लालू कहंदा महाराज तेरे चरणों च सारी सृष्टि है,
ਜਿੱਦਾਂ ਸਮੁੰਦਰ ਦੇ ਵਿੱਚ ਬੇੜੀ ਚੱਲਦੀ ਹੈ, ਗੁਰੂ ਨਾਨਕ ਸਾਹਿਬ ਤੇਰੇ ਚਰਨਾਂ 'ਚ ਸ੍ਰਿਸ਼ਟੀ ਚੱਲਦੀ ਹੈ। ਜਿਹਨੂੰ ਜੀ ਕਰੇ ਠੇਡਾ ਮਾਰ ਦਿੰਦਾ ਹੈ, ਜਿਹਨੂੰ ਜੀ ਕਰੇ ਉਹਦੀ ਜ਼ਿੰਦਗੀ ਸਵਾਰ ਦਿੰਦਾ ਹੈ। ਕਈ ਵਾਰੀ ਪਰਮੇਸ਼ਰ ਦੀ ਨਜ਼ਰੀ ਹੈ ਟੇਢੀ ਹੋ ਜੇ ਤੇ ਏਦਾਂ ਦਾ ਠੇਡਾ ਮਾਰਦਾ, ਘਰੇ ਘਰ ਵੀ ਮੋਢੇ ਕਰ ਇਸ ਤਰ੍ਹਾਂ ਕਰਕੇ ਕਈ ਵਾਰੀ ਸਵਾਰਦਾ ਤੇ ਕੀੜੀ ਨੂੰ ਵੀ ਆਪਣੇ ਚਰਨ ਤੇ ਚੁੱਕ ਕੇ ਤਾਂ ਸਰੀਰ ਵੱਲ ਨੂੰ ਲੈ ਆਉਂਦਾ। ਜਿਹਦਾ ਬਾਬਾ ਕਬੀਰ ਸਾਹਿਬ ਕਹਿੰਦੇ ਅੰਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੇ ਗੁਰਬਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕਿਆ। ਕਹਿੰਦੇ ਗੋਦੀ 'ਚ ਬੱਚਾ ਬੈਠਾ ਬੈਠਾ ਬਾਪੂ ਦੇ ਮੋਢਿਆਂ ਤੇ ਚੜ ਜਾਂਦਾ। ਕਈ ਵਾਰੀ ਬਾਪੂ ਮੋਢੇ ਤੇ ਬਿਠਾ ਕੇ ਝੂਟੇ ਦਿੰਦਾ। ਇਸੇ ਤਰ੍ਹਾਂ ਜਦੋਂ ਭਗਤ ਰੱਜ ਕੇ ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਤੇ ਮਹਾਰਾਜ ਉਹਨਾਂ ਨੂੰ ਆਪਣੇ ਮੋਢਿਆਂ ਤੇ ਬਿਠਾ ਦਿੰਦਾ। ਮੋਢਿਆਂ ਤੇ ਜਦੋਂ ਬੈਠਦੇ ਆ ਤੇ ਫਿਰ ਭਗਤ ਰੱਬ ਨਾਲੋਂ ਵੀ ਉੱਚੇ ਦੀਦੇ ਆ ਆਪਣੇ ਸਤਿਨਾਮ ਸੱਚੇ ਸੰਦੇ ਕਮਾਈ ਵਾਲੇ ਨੂੰ ਮੋਢਿਆਂ ਤੇ ਚੁੱਕਦਾ, ਫਿਰ ਤਿੰਨਾਂ ਲੋਕਾਂ 'ਚ ਨਗਾਰਾ ਵੱਜਦਾ। ਬਾਬੇ ਫਰੀਦ ਸਾਹਿਬ ਦੇ ਬਚਨੇ ਤੋਂ 24 ਸਾਲ ਲਾ ਕੇ ਆਏ ਨੇ ਜੰਗਲ 'ਚ, ਕੇਸ ਜੁੜ ਗਏ ਤੇ ਕਹਿੰਦੇ ਮਾਂ ਬਜ਼ੁਰਗ ਹੋਈ ਪਈ, ਕਹਿੰਦੇ ਅੰਮੀ ਮੇਰੇ ਕੇਸਾਂ 'ਚ ਤੇਲ ਲਾ ਦੇ। ਉਦੋਂ ਰਿਸ਼ਤੇ ਬੜੇ ਪਿਆਰੇ ਹੁੰਦੇ ਸੀ, ਹੁਣ ਤੇ ਹਰ ਰਿਸ਼ਤਾ ਸ਼ੱਕ ਜਿਹਾ ਪੈ ਗਿਆ। ਹੁਣ ਤੇ ਸਾਡੀ ਨਜ਼ਰ ਇੰਨੀ ਕੁ ਮੈਲੀ ਹੈ ਨਾ ਵੀ ਸਕਾ ਭੈਣ ਭਰਾ ਵੀ ਕਿਤੇ ਜਾਂਦਾ ਅਸੀਂ ਪਤਾ ਨਹੀਂ ਕੀ ਕਹਿ ਰਹੇ। ਹੁਣ ਕਿਉਂਕਿ ਸਾਡੇ ਅੰਦਰ ਸਾਰਿਆਂ ਦੇ ਵਿੱਚ ਕੁਝ ਰੂਹਾਂ ਨਹੀਂ, ਮੈਂ ਵੀ ਵਿੱਚੇ ਆ, ਜੋ ਵੇਖਾਂਗੇ ਜੋ ਖਾਵਾਂਗੇ ਜਿਹੋ ਜਿਹਾ ਪ੍ਰਾਪਤ ਕਰਾਂਗੇ ਤੁਹਾਡਾ ਅੰਦਰ ਉਦਾਂ ਦਾ ਹੀ ਹੋਇਆ। ਜੇ ਤੁਸੀਂ ਗਲਤ ਤੇ ਗਲਤ ਚੱਲੂਗਾ तो इस करके जी अंदर ਤੁਹਾਡੀ ਸਿਮਰਨ ਸੇਵਾ ਤੇ ਗੁਰੂ ਅਮਰਦਾਸ ਕਹਿੰਦੇ ਮੈਂ ਤੇ ਜਿਹਨੂੰ ਵੀ ਦੇਣਾ ਮੈਨੂੰ ਤੇ ਮਹਾਰਾਜ ਜੀ ਦਿਸੀ ਹੈ। ਫਿਰ ਆਪਣੀ ਅੱਖ ਵਾਲੀ ਹੈ ਅਰੇ ਨਹੀਂ ਦੀਦਾ। तो कहते हैं कि गुरु गरीब नवाज पातशाह महाराज बाबा फरीद साहब कहते मां मेरे सिर तेल ला दी, सिर जुड़िया है तो मां कह लगी मैं बिरध हाँ अपनी भरजाई तो लवाला जवान है। भाबियां भी मावां वर्गियां है ना, पहले कहना वड्डी भरजाई मां दे घर ते उन्होंने कहा कहते अपनी भरजाई तो लवा ला। तो बाबा फरीद साहब ने केस खोले, भाबो ने तेल लाउण लगी प्रेम दे नाल ते सिर जुड़िया, इन्ने चिर नूं ढोल दी आवाज आई। जो ढोल वजया तो बाबा फरीद साहब कहते भाभी जान ये किसी के ब्याह है, ये ढोल की आवाज आती ते उन्हें कमली ने मेड़ा मार कहती ब्याह नहीं है तेरा भरा मुरीद बाबा फरीद ते मुरीद कहते तेरा भरा मुरीद जिहड़ा है ना अज 25 पिंडां दा मालक बन गया। उन्हें इन्नी कमाई की अज 25 पिंड उहदे अधीन है, उन्हें चौधर मिली है, उहदे ढोल वजन दे सीधा तू की पत्ते खा के ते धक्के खा के आ गया। जो आज शब्द कहे ना पत्ते खा के ते धक्के खा के घर आ गया। देख उन्हें 24 साल कितनी इज्जत बनाई ते की कुछ कमाया। बाबे फरीद ने आख्या बस बाबो मेरे केस छड़ दे। उस वक्त अपने केस जूड़ा बन लिया, उठ के पता की कहते गल सुनी मेरी भागो जान एदा ढोल वजदा है ते 25 पिंडां च आवाज आउंदी है, साडे ढोल भी अजे कसींदे पे जिदन साडा ढोल वजया तिन्ना लोकां च वज आउण। सत श्री लोक सुनियो परलोक सुनियो वेद लोक सुनियो हर दर्शन खायो। बाबे फरीद ने आख्या साडा ढोल जिन्ना लोकां च वजू ते रहिंदी दुनिया तक वारिदा नहीं। अज मैं क्या साखी सुनी तुहानूं पता लगा बाबे फरीद दा कोई भरा भी हैगा नहीं ते नहीं ना पता। बाबे फरीद नूं बच्चा बच्चा जानदा किन्ने उच्चे दर्जे च बैठे ते मेहना की सी पत्ते खा के ते धक्के खा के आ गए। दुनिया जिहड़ी है ना ये उन्होंने लाइक करती उन्होंने पसंद करती है जिहदे कोल दुनियावी चीज है चले पे। तो इस करके कहने का भाव है कि दुनिया जी माया प्रति आकर्षित है। जिहड़ा पाठ करता सेवा सिमरन सादा रहिंदा उन्होंने कोई लोकी किते कमला होए सदाई है, इन्हूं ते लाउणा पाउणा नहीं आउंदा, इन्हूं ते बहना खाना नहीं आउंदा। इस करके महाराज गुरु तेग बहादुर साहब नूं ये शब्द कहे सन उत्थे बाबी बकाले
ਇਹਦੇ 22 ਮੰਜੀਆਂ ਲੱਗੀਆਂ। ਮੱਖਣ ਸ਼ਾਹ ਕਹਿੰਦਾ 5 ਮੋਹਰਾਂ ਦੇ ਕੇ ਇੱਕ ਛੋਟਾ ਜਿਹਾ ਬੱਚਾ ਆਇਆ, ਕਹਿੰਦੇ ਪੁੱਤ ਕੋਈ ਬਾਬਾ ਹੋਰ ਵੀ ਆ? ਜੋ ਉਸ ਬੱਚੇ ਨੇ ਕਿਹਾ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਇਤਿਹਾਸ ਹੈ। ਉਹ ਛੋਟਾ ਜਿਹਾ ਬੱਚਾ ਮੇਰਾ ਗੁਰੂ ਮਾਫ ਕਰੇ, ਕਹਿੰਦਾ ਇੱਕ ਬਾਬਾ ਹੋਰ ਹੈ, ਇਹਨੂੰ ਤੇਗਾ ਕਮਲਾ ਕਹਿੰਦੇ। ਦੇਖੋ ਜਿਨ੍ਹਾਂ ਨੇ ਰੱਬ ਪਾਇਆ ਉਹਨਾਂ ਨੂੰ ਕਮਲੇ, ਤੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਉਹਨਾਂ ਨੂੰ ਸਿਆਣੇ। ਅੱਜ ਵੀ ਆਪਾਂ ਕਹਿੰਦੇ ਫਲਾਣੇ ਤੋਂ ਗਏ ਤੇ ਬੜਾ ਵੱਡਾ ਸਿਆਣਾ ਮਿਲਿਆ। ਉਹ ਕਾਹਦਾ ਸਿਆਣਾ? ਉਹ ਕਮਲਾ ਜਿਹਨੇ ਤੈਨੂੰ ਵੀ ਕਮਲੇ ਕਰ ਦੇਣਾ, ਆਪਕੋ ਸਾਧੂ ਕਮਲੇ ਕਰ ਦੇਣਾ। ਸਿਆਣੇ ਕੋ ਜਾਂਦੇ ਜੇ ਕਿ ਨਹੀਂ? ਦੱਸਦੇ ਸੱਚ ਜਾਂਦੇ ਜੀ। ਮੈਂ ਬੜਾ ਗਿਆ ਜੀ ਆਪਕੋ ਸਾਧੂ, ਮੈਂ ਸੱਚਾਈ ਦੱਸਦਾ। ਇਹ ਪੜ੍ਹਦਾ ਸੀ ਨਾ, ਮਾਂ ਨੇ ਠੀਕ ਬਣਾਉਣਾ ਤੇ ਸਾਡੇ ਰਿਸ਼ਤੇਦਾਰਾਂ ਨੇ ਦੱਸ ਪਾਉਣੀ ਜੀ ਉਹ ਫਲਾਣੇ ਤਾਂ ਸਿਆਣਾ। ਤੇ ਮਾਤਾ ਵਿਚਾਰੀ ਨੂੰ ਲੈ ਕੇ ਜਾਏ ਜਾਣਾ, ਬੜੇ ਧੱਕੇ ਖਾਦੇ, ਮੇਰਾ ਬਾਪੂ ਮਿਲ ਗਿਆ। ਸੱਚਾਈ ਕੋਲੋਂ ਕੁਝ ਨਹੀਂ ਹੁੰਦਾ। ਉਹ ਕਾਹਦੇ ਸਿਆਣੇ ਆ? ਉਹਨਾਂ ਤੁਹਾਨੂੰ ਕਮਲੇ ਕਰ ਦੇਣਾ। ਪੁੱਛੋ ਕਿਉਂ? ਕੋਈ ਬੀਬੀ ਸਿਆਣੇ ਕਿਉਂ ਗਈ? ਠੀਕ ਨਹੀਂ ਸੀ। ਉਹਨੇ ਕਿਹਾ ਵੀ ਤੂੰ ਰਾਤ ਦੇ 12 ਵਜੇ ਨਾ ਚੌਕ ਦੇ ਵਿੱਚ ਇਸ਼ਨਾਨ ਕਰ। ਉਹਨੇ ਏਦਾਂ ਹੀ ਕੀਤਾ। ਰਾਤ ਨੂੰ 12 ਵਜੇ ਨਹਾਉਣ ਲੱਗੀ। ਹੁਣ ਪੁਰਾਣਾ ਸਮਾਂ ਚੰਗਾ ਸੀ, ਹੁਣ ਥਾਂ ਥਾਂ ਦੇ ਕੈਮਰੇ ਲੱਗੇ, ਵੀਡੀਓ ਆਈ ਆ। ਉਹਨੂੰ ਕਮਲੀ ਨੂੰ ਇਹ ਦੱਸਿਆ ਵੀ ਦੁਕਾਨ ਦੇ ਉੱਤੇ ਕੈਮਰਾ। ਉਹਨੇ ਬਸਤਰ ਉਤਾਰੇ ਤੇ ਇਸ਼ਨਾਨ ਕੀਤਾ। ਜਦੋਂ ਉੱਥੇ ਸਾਬਣ ਰੱਖਿਆ, ਸੰਦੂਕ ਰੱਖਿਆ, ਲਰਬਲ ਬਥੇਰਾ ਪਿਆ। ਉਹ ਜਦੋਂ ਸਵੇਰੇ ਦੁਕਾਨਾਂ ਖੁੱਲੀਆਂ ਤੇ ਉਹਨਾਂ ਫਿਰ ਕੈਮਰਾ ਕੱਢ ਕੇ ਵੀਡੀਓ ਕੱਢੀ। ਜਿਹਦੀ ਉਹ ਬੀਬੀ ਹੋ ਗਈ, ਕੀ ਮੂੰਹ ਰਹਿ ਗਿਆ, ਕੀ ਪੱਲੇ ਰਹਿ ਗਿਆ। ਇਸ ਕਰਕੇ ਕਾਹਦੇ ਸਿਆਣੇ ਨੇ ਤਾਂ ਤੁਹਾਨੂੰ ਵੀ ਕਮਲੇ ਕਰ ਦਿੱਤਾ। ਇਸ ਕਰਕੇ ਬਚ ਕੇ ਮੋੜ ਤੋਂ ਆਖੋ ਸਕਦਾ। ਸਮਾਜ ਵਰਗਾ ਸਿਆਣਾ ਕੋਈ ਨਹੀਂ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ। ਮੇਰਾ ਬਾਬਾ ਕਹਿੰਦਾ ਨੰਗੇ ਨਹੀਂ ਹੋਣਾ। ਮੇਰੇ ਬਾਬੇ ਦਾ ਤੇ ਮਰਜ਼ਾਦਾ ਹੀ ਹੈ ਕਿ ਜਿਹੜਾ ਗੁਰਦੁਆਰਿਆਂ ਵਿੱਚ ਸਿਰ ਢੱਕ ਕੇ ਆਵੇ। ਉਹ ਤੇ ਪਹਿਲਾਂ ਬਾਹਰੋਂ ਹੀ ਖੁੱਲ ਕੇ ਦੇਖਦੇ ਵੀ ਨੰਗੇ ਸਿਰ ਅੰਦਰ ਨਹੀਂ ਹੋਣਾ। ਇਹ ਬਾਬਾ ਨੰਗਾ ਨਹੀਂ ਕਰਦਾ। ਇਹ ਸਾਡਾ ਰੰਗ ਢੱਕਦਾ, ਪਰ ਸਾਨੂੰ ਸ਼ੌਂਕ ਪੈ ਗਿਆ ਨੰਗੇ ਹੋ ਗਏ। ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿਰਪਾ ਕਰਦੇ। ਬਾਬੇ ਫਰੀਦ ਨੇ ਉਸੇ ਵੇਲੇ ਕੇਸ ਬੰਨੇ। ਸੋ ਕਮਾਈ ਕਰਨ ਵਾਲਿਆਂ ਨੂੰ ਦੁਨੀਆ ਪਸੰਦ ਨਹੀਂ ਕਰਦੀ। ਮੰਨ ਲਓ ਤੁਸੀਂ ਸਿੱਖੀ ਸਰੂਪ ਰੱਖ ਲਓ, ਭੈਣਾਂ ਰੱਖ ਲੈਣ, ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੇ ਗੱਲਾਂ ਕਰਤਾ ਹੀ ਮਾਰ ਦੇਣ। ਕਹਿਣਾ ਤੂੰ ਬਾਬਾ ਬਣ ਗਿਆ, ਭੈਣੇ ਤੂੰ ਤੇ ਸਾਧੂ ਹੀ ਬਣ ਗਈ। ਆਪਣੀ ਉਮਰ ਸੀ ਤੇਰੀ, ਆਦੇ ਲਾਉਣ ਪਾਉਣ ਦੀ ਉਮਰ ਸੀ, ਇਹਨਾਂ ਤੈਨੂੰ ਡਿੱਗਣ ਦੇਣਾ। ਇਸ ਕਰਕੇ ਬਾਬੇ ਫਰੀਦ ਨੂੰ ਮਿਹਣਾ ਵੱਜਾ ਵੀ ਖਾ ਕੇ ਧੱਕੇ ਤੇ ਖਾ ਕੇ ਪੱਤੇ। ਫਰੀਦਾ ਕੀ ਤੇਰੇ ਕੋਲ ਤੇਰੇ ਭਰਾ ਨੇ ਵੇਖ ਕਮਾਈ ਕੀਤੀ, 24 ਸਾਲਾਂ ਦੇ ਵਿੱਚ 25 ਪਿੰਡ ਖਰੀਦ ਲਏ। ਬਾਬੇ ਫਰੀਦ ਨੇ ਕਿਹਾ ਕੋਈ ਨਹੀਂ, ਬਾਣੀ ਨੇ ਤੇ ਕਿਹਾ ਨਾਮ ਰਹਿਓ ਸਾਧੂ ਰਹਿਓ। ਇਸ ਕਰਕੇ ਮੈਂ ਸੋਚਦਾ ਮੈਂ ਵੀ ਅੱਜ ਇੱਕ ਕਲਾਕਾਰ ਉਹ ਕਿੰਨੀ ਦੁਨੀਆ ਇਕੱਠੀ ਹੋਈ ਉਹਦੇ ਸਤਿਕਾਰ। ਠੀਕ ਹੈ ਚਲੋ ਮਾਂ ਦਾ ਪੁੱਤ ਗੱਭਰੂ, ਪਰ ਅੱਜ ਜੇ ਵੇਖਿਆ ਜਾਵੇ ਨਾ ਜਿਹੜੀ ਉਹਨੇ ਕਮਾਈ ਕੀਤੀ ਸੀ ਉਹ ਸਾਰੀ ਪਈ ਰਹੀ। ਬਾਰ-ਬਾਰ ਪੱਤਰਕਾਰ ਵਿਖਾ ਰਹੇ ਆਪਦਾ ਟਰੈਕਟਰ ਹੈ, ਆਪਦੀ ਗੱਡੀ ਹੈ, ਆਪਦੀ ਕੋਠੀ, ਆਪਦੀ ਹਵੇਲੀ ਹੈ। ਤੁਸੀਂ ਰੋਜ਼ ਕਥਾ ਸੁਣਦੇ ਆ, ਉਹ ਜਿੰਨੀ ਵੀ ਕੂੜ ਦੀ ਕਮਾਈ ਕੀਤੀ ਸੀ ਉਹ ਪਈ ਦੀ ਪਈ ਰਹਿ ਗਈ। ਜੇ ਕਿਤੇ ਕੋਈ ਪਾਠ ਕੀਤਾ ਹੋਇਆ ਉਹਨੇ ਜਾਂ ਕਿਤੇ ਸੇਵਾ ਕੀਤੀ ਹੋਈ ਕੁਝ ਸਮੇਂ ਵਾਸਤੇ ਉਹਦੇ ਨਾਲ ਜਾਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕੂੜ ਦੀ ਕਮਾਈ ਜਿੰਨੀ ਮਰਜ਼ੀ ਕਰ ਲੈ ਤੇ ਜਾਣਾ ਕੋਈ ਨਹੀਂ ਹੈ। ਸ਼ਬਦ ਦੀ ਕਮਾਈ ਭਾਵੇਂ 2 ਮਿੰਟ ਕਰ ਲੈ, ਨਾਲ ਜਾਓ। ਇਸ ਕਰਕੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹੈ, ਰਹਿਮਤ ਕਰਦੇ ਕਹਿੰਦੇ ਲਾਲੋ ਤੇਰੀ ਜਗ੍ਹਾ ਇੱਥੇ ਨਹੀਂ ਇੱਥੇ ਹੈ। ਜਦੋਂ ਲਾਲੋ ਨੂੰ ਮਹਾਰਾਜ ਨੇ ਛਾਤੀ ਨਾਲ ਲਾਇਆ, ਕਹਿੰਦੇ ਦਰਸ ਬਲੋਕਤ ਸ਼ਾਂਤ ਭਈ ਮਨ, ਲਾਲੋ ਹਿਰਦੇ ਅਨੰਦੇ। ਜਿਹੜਾ ਤਪਦਾ ਹੋਇਆ ਲਾਲੋ ਦਾ ਹਿਰਦਾ ਸੀ ਮੇਰੇ ਗੁਰੂ ਨਾਨਕ ਦੇ ਨਾਲ ਲੱਗਣ ਦੇ ਨਾਲ ਬਰਫ ਨਾਲੋਂ ਵੀ ਠੰਡਾ ਹੋ ਗਿਆ। ਐ ਠਰ ਗਿਆ ਸੋਏ ਸਮੁੰਦੜੀ, ਨਾਮ ਦੀ ਬੰਦੜੀ, ਆਤਮ ਦੀ ਲੰਦੜੀ। ਮੇਰਾ ਗੁਰਦਰਸ਼ਨ ਇਹਦੇ ਅੰਦਰ ਠੰਡਾ ਹੋ ਗਿਆ। ਆਪਾਂ ਠੰਡੀਆਂ ਚੀਜ਼ਾਂ ਖਾਂਦੇ ਆ, ਠੰਡਾ ਪਾਣੀ ਪੀਂਦੇ ਆ, ਕੋਲਡ ਡਰਿੰਕ ਵਗੈਰਾ, ਜੂਸ, ਆਈਸਕ੍ਰੀਮ, ਅੰਦਰ ਤਾਂ ਨਹੀਂ ਠੰਡਾ।
ਅੰਦਰ ਤੱਕ ਕਲਪਿਆ ਪਿਆ, ਮੱਥੇ ਤੇ ਜੋੜੀਆਂ, ਦੰਦ ਪੀਕੀ ਜਾਂਦਾ। ਇਹ ਤੇ ਬਾਣੀ ਹੈ ਕਿ ਮਹਾਰਾਜ ਦੀ ਜਿਹੜੀ ਅੰਦਰ ਠੰਡਾ ਕਰ ਦਿੰਦੀ ਤੇ ਆਨੰਦ ਆ ਗਿਆ, ਹਿਰਦਾ ਠੰਡਾ ਹੋ ਗਿਆ ਤੇ ਵਿੱਚੋਂ ਫੁੱਲ ਖਿੜ ਗਏ। ਲਾਲੋ ਦੇ ਪਹਿਲਾਂ ਤਪਿਆ ਸੀ, ਜਦੋਂ ਬਾਬੇ ਨੇ ਛਾਤੀ ਨਾਲ ਲਾਇਆ ਉਦੋਂ ਠਰ ਗਿਆ, ਠਰ ਗਿਆ। ਇਸ ਕਰਕੇ ਅੱਜ ਪਤਾ ਨਹੀਂ ਕਿਉਂ ਬਾਬੇ ਦੇ ਨਾਲ ਲੱਗ ਕੇ ਵੀ ਤਵੇ ਪਏ। ਤਾਂ ਕਈ ਗੁਰੂ ਘਰਾਂ ਦੀਆਂ ਵੀਡੀਓ ਆਉਣਗੀਆਂ, ਗੁਰੂ ਗ੍ਰੰਥ ਸਾਹਿਬ ਦੇ ਲਾਗੇ ਲੜ ਪਏ ਤੇ ਪੱਗਾਂ ਲਾ ਦਿੱਤੀਆਂ। ਇਹਨਾਂ ਦਾ ਕਿਉਂ ਨਹੀਂ ਹਿਰਦਾ ਠਰਦਾ? ਕੈਨੇਡਾ ਦੇ ਵਿੱਚ ਵੀ ਉੱਥੇ ਏਦਾਂ ਹੀ ਹੋਇਆ, ਉੱਥੇ ਅੰਦਰ ਹੀ ਸਟੇਜ ਲੱਗੀ ਤੇ ਬੁਰੇ ਹਾਲ, ਪੱਗਾਂ ਗੱਜ ਤੇ ਇੱਕ ਨੂੰ ਗਾਲਾਂ, ਤੇ ਗੁਰੂ ਤੇ ਉੱਥੇ ਵੀ ਹੈਗਾ। ਇਹਦਾ ਮਤਲਬ ਹੈ ਤੂੰ ਦੂਰੋਂ ਦੂਰੋਂ ਗੁਰੂ ਨੂੰ ਮਿਲਿਆ ਨਹੀਂ। ਆਪਾਂ ਸਾਰੇ ਵੀ ਮੱਥਾ ਟੇਕਣ ਵਾਲੇ ਹੀ ਆ, ਆਪਾਂ ਕਿਹੜਾ ਮਿਲੇ ਆ? ਇਹ ਤੇ ਹੁਣ ਕੋਈ ਮਿਲਿਆ ਹੋਊਗਾ ਤੇ ਉਹ ਵੀ ਦੱਸ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਗੂੰਗੇ ਦੀ ਮਠਿਆਈ ਆ, ਜਿਹਨੇ ਖਾਧੀ ਉਹਨੂੰ ਖੁਸ਼ੀ ਆਈ ਆ। ਤੂੰ ਹਿਰਦਾ ਠਰ ਗਿਆ ਲਾਲੋ ਦਾ। ਚੇਤ ਕਰਤਾਰ ਨੇ ਤਵੈ ਤੋ ਕੋ ਬੈਸ ਕਰਤ ਕੋ ਕਰੀਏ। ਔਰ ਕਹਿੰਦੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਲੋ ਕੀ ਕਰਦਾ ਹੈ? ਕਹਿੰਦੇ ਮਹਾਰਾਜ ਕੀਲੇ ਘੜਦਾ, ਕੀਲੇ। ਤੇ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਤੇਰਾ ਮਨ ਘੜਦੀ, ਧਿਆਨ ਦੇਣਾ, ਤੇਰਾ ਮਨ ਘੜਦੀ ਏ। ਇਹਦਾ ਮਾਰੇ ਘੜ ਦਿਓ। ਤੇ ਪਾਤਸ਼ਾਹ ਕਹਿੰਦੇ ਏਦਾਂ ਕਿੱਦਾਂ ਘੜਦੀ? ਤੈਨੂੰ ਲੋਕੀ ਲੱਕੜਾਂ ਦੇ ਕੇ ਜਾਂਦੇ ਆ ਨਾ, ਤੇ ਤੂੰ ਉਹ ਲੱਕੜਾਂ ਜਿਹੜੀਆਂ ਏ ਉਹ ਦੇ ਕੇ ਜਾਂਦੇ ਤੇ ਘੜਦਾ ਏ। ਤੇ ਫਿਰ ਇਹਦਾ ਮਤਲਬ ਤੂੰ ਮਨ ਘੜਾਉਣਾ ਹੈ ਤੇ ਪਹਿਲਾਂ ਮਨ ਦੇ ਸਾਨੂੰ। ਇੱਥੇ ਆ ਕੇ ਗਰਾਰੀ ਅੜ ਜਾਂਦੀ। ਹੁਣ ਆਪਾਂ ਸਭ ਕੁਝ ਦੇ ਸਕਦੇ ਗੁਰੂ ਨੂੰ, ਦੇਗ ਦੇ ਸਕਦੇ, ਮਠਿਆਈ ਦੇ ਸਕਦੇ, ਮਾਇਆ ਪਾ ਸਕਦੇ, ਰੁਮਾਲਾ ਦੇ ਸਕਦੇ ਆ, ਪਰ ਮਨ ਦੇਣਾ ਬਹੁਤ ਔਖਾ। ਜਿਹਨੇ ਮਨ ਦੇਤਾ ਤੁਹਾਰੇ ਕਹਿੰਦੇ ਮਨ ਵਿੱਚ ਸਤਿਗੁਰ ਕੈ ਪਾਸ, ਇਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਮੈਂ ਕਾਮੀ, ਇਸ ਕੋ ਹੋਤ ਪ੍ਰਾਪਤ ਸੁਆਮੀ। ਇਹਦੇ ਜਿਹੜਾ ਨਿਸ਼ਕਾਮ ਸੇਵਾ ਕਰਦਾ, ਕੋਈ ਕਾਮਨਾ ਰੱਖ ਕੇ ਨਹੀਂ ਕਿ ਮਾਰੇ ਮੈਨੂੰ ਆ ਦਿਓ, ਖੁਸ਼ੀ ਨਹੀਂ ਸੇਵਾ ਕਰਦਾ। ਸੇਵਾ ਕਰਤ ਹੋਏ ਨੇ ਕਾਮੀ। ਉਹਦਾ ਆਪਾਂ ਕਾਮਨਾ ਰੱਖੀ ਹੁੰਦੀ ਨਾ, ਬਾਬਾ ਜੀ ਮੈਂ ਭਾਂਡੇ ਮਾਂਜਣੇ 40 ਦਿਨ ਝਾੜੂ ਫੇਰਨਾ, ਜਾਂ ਮੈਂ ਜੋੜੇ ਸਾਫ਼ ਕਰਨੇ, ਮੇਰਾ ਆਹ ਕੰਮ ਹੋ ਜੇ। ਬਾਰੇ ਕਹਿੰਦੇ ਕੰਮ ਨਹੀਂ ਅੱਗੇ ਰੱਖਣਾ। ਜਦੋਂ ਵੀ ਸੇਵਾ ਕਰਨੀ ਇਸ ਹਿਸਾਬ ਨਾਲ ਕਰਨੀ ਵੀ ਗੁਰੂ ਮੇਰਾ ਪਿਆਰਾ ਹੈ ਤੇ ਮੈਨੂੰ ਮੌਕਾ ਮਿਲਿਆ ਦਾ ਹਾਲ ਹੈ। ਸੇਵਾ ਕਰਤ ਹੋਏ ਨੇ ਕਹਿੰਦੇ ਫਿਰ ਕੰਮ ਤੇ ਕੀ ਤੈਨੂੰ ਗੁਰੂ ਆ ਕੇ ਮਿਲੂਗਾ। ਜਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ। ਇਹਦੇ ਫਿਰ ਉਹਦੀ ਕਿਰਪਾ ਵਰਤਦੀ ਹੈ। ਤੋ ਭਾਈ ਲਾਲੋ ਹਮਾਰੇ ਕਹਿੰਦੇ ਕੀ ਕਰਦਾ? ਕਹਿੰਦੇ ਕੀਲੇ ਘੜਦਾ। ਮਹਾਰਾਜ ਕਹਿੰਦੇ ਮਨ ਘੜਦੀ। ਕਹਿੰਦੇ ਮਾਰੇ ਕਰ ਦਿਓ ਕਿਰਪਾ ਬਾਦਸ਼ਾਹ, ਕਹਿੰਦੇ ਮਨ ਦੇ ਪਹਿਲਾਂ ਫਿਰ ਘੜ ਦਵਾਂਗੇ। ਪੂਜਿਤ ਲਾਲੋ ਆਏ ਕਿਤ ਤੇ ਕਰਨਾ ਸਦਨ ਚੜੀਏ। ਔਰ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਗੁੱਜੀ ਰੰਗ ਖੇਡ ਗਏ, ਪਰ ਮਰਦਾਨੇ ਨੂੰ ਨਹੀਂ ਪਤਾ। ਹੁਣ ਲਾਲੋ ਨੇ ਅੱਗੋਂ ਇਸ ਹਿਸਾਬ ਨਾਲ ਗੱਲ ਕੀਤੀ ਵੀ ਮਰਦਾਨੇ ਨੂੰ ਪਤਾ ਲੱਗੇ ਵੀ ਮੇਰਾ ਤੇ ਬਾਬੇ ਦਾ ਪਹਿਲਾਂ ਵੀ ਕੋਈ ਰਿਸ਼ਤਾ ਵਾ। ਸਾਰਾ ਕੁਝ ਦੱਸੀ ਪਰ ਹੁਣ ਜੀ ਕੋ ਖੁਦਾਈ ਦੇ ਭੇਦ ਨਾ ਕਿਸੇ ਨੇ। ਭੋਜਨ ਭਜਨ ਖਜ਼ਾਨਾ ਨਾਰੀ, ਇਹ ਪਰਦੇ ਦੇ ਅਧਿਕਾਰੀ ਹੈ। ਭੋਜਨ ਪਰਦੇ ਚ ਖਾਓ, ਕਿਸੇ ਨੂੰ ਕੀਤਾ ਤੁਹਾਡੇ ਘਰ ਲੂਣਾ ਕੇ ਚਾਹ, ਪਰਦੇ ਨਾਲ ਛਕ ਲਓਗੇ ਤੁਹਾਡੀ ਇੱਜ਼ਤ ਹੈ। ਤੇ ਭਜਨ ਵੀ ਮੈਨੇ ਪਾਠ ਜਿਹੜਾ ਵੀ ਕਰਨਾ ਉਹ ਵੀ ਪਰਦੇ ਚ ਕਰਿਆ। ਬਾਣੀ ਦਾ ਫੈਸਲਾ ਸੀ ਕੀ ਕੀਤਾ, ਮਾਫ ਕਰ ਦਿਓ ਲਾਈਵ ਚੱਲਦਾ। ਅਸੀਂ ਹਰਿਮੰਦਰ ਸਾਹਿਬ ਜਾਂਦੇ, ਉੱਥੇ ਬਹੁਤ ਵੱਡੀ ਗਲਤੀ ਕਰਦੀ ਸੰਗਤ, ਜੋ ਮੈਂ ਸਹੀ ਨਾ ਹਾਂ ਮਾਫੀ ਦੇ ਦਿਓ। ਬਾਕੀ ਤੁਹਾਡਾ ਆਪੋ ਆਪਣੀ ਸੋਚ ਹੈ ਵੀ ਸਹੀ ਹੈ ਜਾਂ ਗਲਤ ਆ। ਉੱਥੇ ਕੀ ਵੇਖੀਦਾ ਜੀ, ਥੱਲੇ ਮਾਰਦਾ ਪ੍ਰਕਾਸ਼, ਰਾਗੀ ਸਿੰਘ ਅੰਮ੍ਰਿਤ ਵਰਤਾ ਰਿਹਾ। ਅਸੀਂ ਕੀ ਕੀਤਾ, ਮੱਥਾ ਟੇਕਿਆ, ਪੌੜੀਆਂ ਚੜ੍ਹ ਕੇ ਤੇ ਉੱਤੇ ਚੜ੍ਹ ਕੇ ਨਾ ਮਾਰੇ ਤੋਂ ਉੱਚੇ ਹੋ ਕੇ ਉੱਥੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਬੈਠੇ ਆਪਾਂ ਸਤਿ। ਹੁਣ ਦੱਸੋ ਵੀ ਇੱਕ ਪਾਸੇ ਖੀਰ ਵਰਤਦੀ ਹੋਵੇ, ਇੱਕ ਪਾਸੇ ਰੋਹ ਵਰਤਦੀ ਹੋਵੇ, 36 ਪਦਾਰਥ ਵਰਤਦੇ ਹੁਣ, ਤੇ ਤੂੰ ਇੱਕ ਗੁੱਟ ਦੇ ਵਿੱਚ 4 ਲੈ ਕੇ ਬੈਠਾ, ਸੋਹਣਾ ਲੱਗੇਗਾ? ਸੱਚਾਈ ਹੈ ਨਾ।
ये दुनिया को पता नहीं की साहब हूँ बेर साहब है सारी मैं जिंदगी में मार उत्थे अंदर भाई साहब कीर्तन कर रहा है क्या बात पाठ चलन दे आनंद बनया पिया तो पूरा साहब दे एक दूजे नाल फस फस के बैठे वो एक पाठ करदा दूजा के विच कहगा ने मारी बखी च लत वो परे नूं नाल लाई जा कई खरीदा मुड़ के फड़े ते इदां वेखी जांदे जेड़ा कुछ नहीं हैगा लोग मुखावा ही आ कुछ हमारे ने टाइम दस्या अपन पाठ करना जेड़ा टाइम है पहले पहरे फुलड़ा फल पी बछा रात जो जागन लहन से साई कनो फिर मारे कहते पिन्नी रड़िए जमगन तारे जागे संत जना मेरे राम प्यारे उदों मुड़का सर लैके बैठा तारे चढ़े हो ये दाम बजे लैके बैठा आपको साथ पिन्नी रैना चमक दे तारे रब दे प्यारे जाग दे पिन्नी रैना चमक दे तारे रब दे प्यारे जाग दे पिन्नी रैना चमक दे तारे रब दे प्यारे जाग दे पिन्नी रैना चमक दे तारे रब दे प्यारे जाग दे पिन्नी रैना चमक दे तारे रब दे प्यारे जाग दे पिन्नी रैना चमक दे तारे रब दे प्यारे जाग दे पिन्नी रैना चमक दे तारे रब दे प्यारे जाग दे पिन्नी रैना चमक दे तारे रब दे प्यारे जाग दे असल विच ना जो सिद्धां दे नाल मारे मिले सी ते मारे ने सवाल कीता कि तुसीं जंगलां 'च की करदे हो वो कहंदे कि मुक्ति लभदी मारी कहंदे घरे नहीं बैठा जाना तुहाडे तो विआह कराओ अपने घर च रहो तुसीं सिद्धां ने आखिया महाराज घर दे विच समाधि मारे कहते की प्रॉब्लम आती है कहते जी कोई रोई जाता कोई हसी जाता कोई गाई जाता कोई नची जाता चारे पासे रौनक झोला वा ते बच्चे रोई जाते हरियाली कोई इधरों मर जाता वो रोई जाते इदा साडा मन नहीं टिकता इस करके असीं एकांत जगह से आके बैठ के जिथे सानू कोई डिस्टर्ब ना करे कोई सानू बुलावे खवावे ना मारे कहते कि इहो समा तुहाडा घर च बनाणगे वो कहते इदा हो नहीं सकता मारे कहते हसंदियां फैलंदियां फिरंदियां विजे होए उस वेले मारे ने अमृत वेले नूं चुनिया सी मारे कहते 12 बजे तो बाद पहला पैर हुंदा तुसीं 12:30 बजे तड़के केसी इशनान करके अपने विहड़े च जां मकान की छत ते बैठ जाओ इदा करके तुहानूं इदा महसूस हो तुसीं जंगल च बैठे कई अज तर्क करी जाते अमृत वेला ही हुंदा नहीं हुंदा क्यों नहीं सब कुछ हुंदा बाबा जिन्हां नहीं उठना उन्होंने बहाने बनाने क्योंकि मारे ने यह वेला तां चुनिया सी पाठ जो मर्जी करो पर सब तो ज्यादा लाभ तो बच्चे जो स्टडी करते हैं कितने नोट करियो जो अमृत वेले का पढ़िया होगा ना भुलता नहीं ਉਹਦਾ ਕਾਰਨ ਹੈ ਕਿ ਉਹਦੇ ਤੇ ਮਾਈਂਡ ਫਰੈਸ਼ ਹੁੰਦਾ ਪਰ ਸੌਂ ਕੇ ਉੱਠੀ ਹੋਈਦਾ ਮਨ ਐ ਰਿਲੈਕਸ ਹੁੰਦਾ ਸਰੀਰ ਵੀ ਚੜ੍ਹਦੀ ਕਲਾ 'ਚ ਦੂਜਾ ਇਹ ਹੁੰਦਾ ਵੀ ਉਸ ਵੇਲੇ ਕੋਈ ਲਾਗੇ ਰੌਲਾ ਗੋਲਾ ਨਹੀਂ ਹੁੰਦਾ
अमृत वेला टिकाउंदा हुंदा, तारे चमक के सारी दुनिया टिकी हुंदी है। उस वेले तू एक एक पंक्ति भी पढ़ेगा तेरे अंदर नूं धो हुण उधरों ते कथा कीर्तन चलन दिया, तरपैना चलन दियां बुलिया ते तू पाठ किस तरह कर लेगा। इनू तो एक पंक्ति नहीं समझ आनी, तेरा ध्यान नहीं जुड़ना। पढ़न नूं पढ़ी जा, बाणी ने अपना काम करना, पढ़िया करो जी सकती। पर हमारे कहते बहुता लाभ लैना, बहुता लाभ। एक किले जो 3 फसलां कढ़नियां ते फिर अमृत वेला जी एक ही बीजनी है, बाकी समा वेला रहे तो फिर कही आपको सतनाम। इस करके महाराज ने वेले नूं चुनिया, अमृत वेले नूं भी बहुता लाभ होगा। नाल ही कहता पहले पैरे फुलड़ा फल की पछा, जो जागन लहन सिंह दे जेड़ा जागू ओनू ही मिलो। नहीं तो जी गुर कृपा के सेजन जागे जिन्हां हर मन वसिया, बोले अमृत बाणी। इस करके महाराज ने अमृत वेला चुनिया भी उस वेले डिस्टर्बन नहीं हुंदी। तेरा रस बनू आनंद बनूगा, वो गल नहीं। तुसीं एक दिन करके वे सवेरे 2:30 बजे उठ के पाठ करियो ना, ते 9 बजे कर लियो, तुहानूं आपे पता लगेगा कि दोवां चों की अंतर है, की मिलदा अमृत वेले। शेख शादी ईरान दा सूफी संत वो कहता जे दुनिया दे विच बादशाह बनना चाहना है ना, ते अमृत वेले उठ के रब दे घर दा फकीर बन जाए, उहदे पाक बोल है। तो इस करके साध संगत दी फकीरी अमृत वेले दी दान है। ते महाराज सच्चे पातशाह गरीब नवाज ये चीज़ां नूं पढ़दे च रखदे, भोजन भजन ते खजाना। किसी के सामने 20 लाख रुपया रख दो, लेदे रह जाओगे, लै जी अगला वढ़ के करता तुहाडा है। अगेइयां बीबियां ने बैंक के पैसे सामने किसी के पर्स च पाए, अगले मां भी नाल ही लै गए, लै गए कि नहीं। ये 4 चीज़ां पढ़दे दियां, भोजन भजन खजाना नारी। अज चारे नंगे गुस्ताखी मां साडे वड्डे कहते असीं ये चीज़ां पढ़दे दियां, अज चारे नंगे। पुछो क्यों? भोजन भी साडा नंगा है, क्योंकि अगे ढक के रखना, पानी पढ़ के उदों पाना। हुण उत्थे भंडार लगा हुंदा, सारियां चीज़ां ऐ सारे सामने रखियां, मेरा जहर इकट्ठा करके प्लेटां पर उद खाओ। भोजन भी पर्दे तो बाहर आ गया, ते भजन भी बाहर आ गया। भी गुरका साहब उदों पढ़ना जो है सारी दुनिया वेखे मैनूं भी मैं पाठ करना, नाले कहणगे मैं ना अज 2 सुखमनी साहब पढ़े भैणे, तीजा पढ़ना सी फोन आ गया। यानी अगले को दसे किस तरह भी मैं नितनेमी हाँ, कि मेरा जीवन है। भोजन भी पढ़दे तो बाहर, ते भजन भी अगले पासे सी खजाना। अगे लोगों ने मत्था टेकना कहना ये लक्ष्मी है, अगला डीजे लगे जुत्तियां थले रोलदी, बोलो आ गई ना पढ़दे तो बाहर। अगे किते पैसा मिलना गरीबी होंदी सी, मत्थे नाल ला के कहना वाहगुरू सच्चे पातशाह माया आई, हुण काम कार करांगे। हुण एडियां एडियां गत्थियां होंदियां ते इदां ही उड़दियां। ये साध संगत दी इस करके गुरु पातशाह कृपा करे कि भी अपना बीजे आपे वढ़ना पैंदा। किसी ने कमेंट किया संस्कार के वीर दे जिहड़ा चले गया, वो कहना मैनूं पता लोकां मैनूं माड़ा कहना, पर कहना मैं रोज नितनेम करदा, बाणी कहंदी जैसा बीजै सो रोने। कहंदा जी अज तुसीं मरदे आ ना, ये बूटे भी तुसीं लाए आ। जो तुसीं स्टेजां लाउणे आ ते गंदे गीत गाउणे, कुछ शराबां चलदियां, नशे, हथियारां दे गाने गाउणे, ते बीज तुसीं बीजिआ। हुण जिन्हां बंदिआं ने कतल कीता वो सोगी सुरा, मैं लिख के दे देना कि जिहड़ा बंदा सोगी वो किसी का कतल नहीं कर सकदा, किसी की जान लेनी सौखी है। वो बंदा कतल करूगा जिहड़ा नशे दे विच 100% धोता, उहनूं कोई दुनियादारी का रिश्ता नहीं दीदा, कुछ नहीं दीदा। लोग आखियां दे मारन वाले तुहानूं मां दे सवेदे प्यो कमाल दी गल, उहनूं अपना आप नहीं दे समझिया। जो नशा किने लिआंदा, असीं लिआंदा। गाना गाया हुण भैणां बैठियां की कहना, चक लो रब दा नाम लैके ते अगे धी नूं किन्ना माड़ा कह के बोतल वर्गा, तुसीं सारे सुणदे। ये महाराज कहते जिहो जिहा बीज बीजेगा ना उधर वढ़ना पैना। अज आपां नूं दुख है मेरा भरा तुहाडा बच्चे आपां, पर किते ना किते बूटा आपां ही लाया।
ਆਪਾਂ ਹੀ ਹਥਿਆਰਾਂ ਦੇ ਗੀਤ ਗਾਏ, ਆਪਾਂ ਹੀ ਨਸ਼ੇ ਦੇ ਗਾਏ, ਆਪਾਂ ਹੀ ਮਾੜੇ ਬਣੇ ਤੋਰਿਆ। ਜੇ ਨਾ ਇਹ ਚੀਜ਼ਾਂ ਹੁੰਦੀਆਂ, ਬੰਦਾ ਨਿਤਨੇਮ ਕਰਦਾ, ਗੁਰੂ ਘਰ ਆਉਂਦਾ, ਉਹ ਤਾਂ ਕਿਸੇ ਡਿੱਗੇ ਨੂੰ ਟਿੱਕੂ ਮਾਰਦਾ ਤਾਂ ਹੈ ਹੀ। ਕਿਤੇ ਨਾ ਕਿਤੇ ਆਪੇ ਮਾਂ ਦੀ ਬਾਣੀ ਕਹਿੰਦੀ ਜੈਸਾ ਬੀਜੈ ਸੋ ਹੋਣਾ ਕਰਮਾਂ। ਇਹ ਬੀਜ ਆਪਣੇ ਤੋਂ ਬੀਜੇ ਹੁੰਦੇ, ਦੋਸ਼ ਨਹੀਂ ਮਾਰੇ। ਕਹਿੰਦੇ ਦੰਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਜੋ ਮੈਂ ਕੀਤਾ ਸੋ ਮੈਂ ਪਾਇਆ। ਬਾਣੀ ਨੂੰ ਨਹੀਂ ਕੋ ਬਦਲ ਸਕਦਾ। ਇਹ ਬੀਜ ਆਪਣੇ ਆਪਾਂ ਨੂੰ ਚੁਗਣੇ ਪੈਣੇ। ਅੱਜ ਚੁਗ ਲੋ, ਕੱਲ ਚੁਗ ਲੋ। ਜੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਚਾਰ ਚੀਜ਼ਾਂ ਪੜਦੇ ਦੀਆਂ ਸੀ। ਭੋਜਨ, ਭਜਨ, ਖਜ਼ਾਨਾ, ਨਾਰੀ। ਜਿਨ੍ਹਾਂ ਦੇ ਅਰਥ ਕੀਤੇ ਨਾ ਆਪਾਂ ਜੀ, ਕਿ ਭੋਜਨ ਵੀ ਪੜਦੇ ਤੋਂ ਬੋਲਦਿਆ ਕਰੋ ਥੋੜਾ ਜਿਹਾ, ਫਿਰ ਮੈਨੂੰ ਆਸਰਾ ਜਿਹਾ ਹੋਇਆ ਤੁਹਾਡਾ। ਫਿਰ ਗੁੱਸੇ ਤੇ ਨਹੀਂ ਹੋ ਗਏ, ਹੋ ਜੋ, ਕੋਈ ਗੱਲ ਵੀ ਨਹੀਂ ਹੈ। ਭੋਜਨ ਵੀ ਪੜਦੇ ਤੋਂ ਇਹ ਭਜਨ ਵੀ ਬਾਹਰ ਹੋ ਗਿਆ। ਅੱਗੇ ਖਜ਼ਾਨਾ ਸੀ ਜਿਹੜਾ, ਉਹ ਵੀ ਚੁੱਕ ਕੇ ਥੱਲੇ ਢੇਰ ਲਾ ਦੇ। ਠੀਕ ਆ ਜੀ। ਅੱਗੇ ਕੀ ਰਹਿ ਗਿਆ? ਨਾਰੀ ਕਿਹਨੂੰ ਕਹਿੰਦੇ? ਬੀਬੀਓ ਤੁਹਾਨੂੰ ਕਹਿੰਦੇ। ਸ਼ਰਮ ਆਉਂਦੀ ਆ ਪਾਲਟੀ ਦੇ ਵਿੱਚ, ਸ਼ਰਮ ਆਉਂਦੀ ਆ। ਤੁਸੀਂ ਸਾਰੇ ਜਾਣਦੇ, ਮੈਂ ਵੀ ਜਾਣਾ ਹੈ, ਆਪਾਂ ਧੀਆਂ ਬਣਾ ਲਈਆਂ। ਤੁਸੀਂ ਇੱਥੇ ਮੈਨੂੰ ਗਲਤ ਕਹਿ ਲਓ, ਪਰ ਪਾਲਟੀ ਦੇ ਵਿੱਚ ਹੁਣ ਤੁਹਾਨੂੰ ਕਈਆਂ ਨੂੰ ਲੱਗਣੀ ਪਈ। ਸਾਡੀਆਂ ਭੈਣਾਂ ਨੇ, ਧੀਆਂ ਨੇ ਏਦਾਂ ਦੇ ਕੱਪੜੇ ਪਾਏ ਹੋਏ, ਸ਼ਰਮ ਆਉਂਦੀ। ਸਾਰਾ ਅਗਲਾ ਸਰੂਪ, ਸਾਰਾ ਪਿਛਲਾ ਸਰੂਪ ਸਾਫ਼ ਨਜ਼ਰ ਆਉਂਦਾ ਹੈ। ਕੋਈ ਪੜਦਾ ਇਹ ਕਥਾ ਨੂੰ ਨੈਗੇਟਿਵਿਟੀ ਨਾ ਜੋ ਮਾਰੇ। ਕਹਿੰਦੇ ਚਾਰ ਚੀਜ਼ਾਂ ਪੜਦੇ ਦੀਆਂ, ਜੇ ਚਾਰੇ ਹੀ ਨੰਗੀਆਂ ਹੋ ਗਈਆਂ। ਭੋਜਨ ਵੀ, ਭਜਨ ਵੀ, ਖਜ਼ਾਨਾ ਵੀ। ਤੇ ਪੁਰਾਣਾ ਸਮਾਂ ਨਾ ਕਹਿਣਾ ਫਲਾਣੇ ਦੀ ਬਹੂ ਆਈ, ਭੈਣੇ ਵੇਖੇ ਚਲੀ ਗਈ। ਉਹਨੇ ਕਹਿਣਾ ਵੀ 50 ਰੁਪਏ ਇਹਦੇ ਖਾਲੀ ਨਹੀਂ ਜਾਈਦਾ। ਹੈਗਾ ਸੀ ਨਾ ਰਿਵਾਜ ਕਿ ਉਹਨਾਂ ਭੋਂਡੀ ਏਡਾ ਵੱਡਾ ਹੁੰਦਾ ਸੀ, ਚਿਹਰਾ ਵੀ ਸਿੱਧੀ ਦਾ। ਤੇ ਫਿਰ ਬੀਬੀਆਂ ਨੇ ਪੈਸੇ ਲੈ ਕੇ ਜਾਣਾ ਤੇ ਕੁੜੀ ਦੀ ਝੋਲੀ ਚੁਕਾ ਕੇ ਕਹਿਣਾ ਧੀਏ ਮੂੰਹ ਦਿਖਾ। ਤੁਹਾਡਾ ਸਮਾਂ ਸੀ ਨਾ ਬੀਬੀ। ਤੇ ਫਿਰ ਕਿਤੇ ਜਾ ਕੇ 4-4 ਸਾਲ ਵਿਆਹ ਹੋ ਜਾਂਦੇ ਸੀ, ਪਿੰਡ 'ਚ ਕਹਿਣਾ ਫਲਾਣੇ ਦੀ ਬਹੂ ਦਾ ਚਿਹਰਾ ਨਹੀਂ ਵੇਖਿਆ। ਅੱਜ ਕਿੱਧਰ ਚਲੇ ਗਿਆ ਸਾਰਾ ਕੁਝ। ਨਾਲੇ ਹੁਣ ਤੁਹਾਡੇ ਪੈਸੇ ਪਿੱਛੇ ਤੁਹਾਨੂੰ ਮੂੰਹ ਦਿਖਾਓ, ਕਹਿੰਦੇ ਫ੍ਰੀ ਕਰਤਾ ਸਾਰਾ ਕੁਝ। ਮੈਂ ਇਹਦੀ ਨਹੀਂ ਲੋੜ, ਉਦਾਂ ਹੀ ਵੇਖੋ ਮੂਵੀ ਬਣੀ ਪਈ ਹੈ, ਸਾਰਿਆਂ ਨੂੰ ਵਿਦੇਸ਼ਾਂ 'ਚ ਲਾਈਵ ਚੱਲਣ ਦਿਆ। ਤੁਸੀਂ ਛੱਡੋ ਕਹਿਣਾ ਮੂੰਹ ਚਾਹੀਦਾ, ਸੱਚਾਈ ਹੈ। ਜਿਹੜਾ ਮਾੜੇ ਦੀ ਨਿਸ਼ਾਨੀ ਸਾਡੀ ਗੁੱਸਾ ਲੱਗਦਾ, ਕਿਉਂਕਿ ਜਿਹੜੇ ਵੱਡੇ ਪਰਿਵਾਰ ਆ ਨਾ, ਉਹ ਕਈ ਕਹਿ ਦਿੰਦੇ ਬਾਬਾ ਜੀ ਤੁਸੀਂ ਨਾ ਬੇਇੱਜ਼ਤੀ ਕਰਦੇ। ਮੈਂ ਕਿਹਾ ਵੀ ਸਾਡਾ ਗੁਰੂ ਮੱਥਾ ਰਹਿਣ ਦਿਓ, ਛੱਡ ਦਿਓ ਗੁਰਦੁਆਰੇ ਆਉਣਾ, ਨਿਤਨੇਮ ਛੱਡ ਦਿਓ। ਫਿਰ ਤੁਸੀਂ ਜੇ ਗੁੱਸਾ ਕਰਨਾ ਤੇ ਫਿਰ ਗੁਰੂ ਨਾਨਕ ਨੂੰ ਆਪਣਾ ਗੁਰੂ ਨਾ ਕਹੋ, ਕਿਉਂਕਿ ਸਾਡੇ ਗੁਰੂਆਂ ਪੀਰਾਂ ਨੇ, ਮਹਾਂਪੁਰਖਾਂ ਨੇ ਬੰਦ ਕਟਾਏ ਖੋਪਰੀਆਂ ਤੇ ਜਿਹੜੇ ਸਾਡੇ ਸੋਹਣੇ ਪਹਿਰਾਵੇ ਸੀ, ਜਿਹੜੇ ਅੱਜ ਖਤਮ ਹੋ ਗਏ। ਅਦੀਪ ਸਿੱਧੂ ਦੀ ਇੱਕ ਮੂਵੀ ਸੀ ਨਾ, ਜਿਹੜਾ ਮਾਰਤਾ ਐਕਸੀਡੈਂਟ ਹੋਇਆ, ਉਹ ਵੀ ਬਹੁਤ ਵੱਡੀ ਫਿਲਾਸਫੀ ਹੈ ਉਸ ਚੀਜ਼ ਦੇ ਪਿੱਛੇ। ਇਹ ਤਾਂ ਚਲੋ ਸਿੱਧੀਆਂ ਗੋਲੀਆਂ ਵੱਜੀਆਂ, ਉਹ ਬੜੇ ਤਰੀਕੇ ਨਾਲ ਉਹ ਕੌਮ ਦਾ ਯੋਧਾ ਬਣਵਾਇਆ ਗਿਆ। ਔਰ ਉਸਨੇ ਵੀ ਇੱਕ ਮੂਵੀ ਜਾਂਦਾ ਕੱਢੀ ਸੀ, ਲਹਿੰਦੇ ਪੰਜਾਬ ਦੀ। ਉਹਦੇ ਵਿੱਚ ਵੀ ਇਹਨੇ ਇਹ ਗੀਤ ਗਾਇਆ ਸੀ ਵੀ ਕਾਸ਼ ਕਿਤੇ ਲਾਹੌਰ ਦੇ ਵਿੱਚ ਪੜ੍ਹਦੇ ਹੁੰਦੇ, ਅੱਜ ਸਾਡੀਆਂ ਇੱਜ਼ਤਾਂ ਤੇ ਵੀ ਪੜ੍ਹਦੇ ਹੁੰਦੇ। ਇਹ ਕਿਉਂ ਗਾਇਆ? ਕਿਉਂਕਿ ਉੱਥੇ ਉਹ ਜਿਹੜੇ ਲੋਕ ਆ ਨਾ, ਮੈਂ ਖੁਦ ਵੇਖਿਆ, ਅਸੀਂ ਉੱਥੇ ਘੁੰਮਣ ਗਏ ਮਾਲ ਦੇ ਵਿੱਚ, ਤੇ 6.5 ਫੁੱਟ ਜਵਾਨ ਭਾਈ ਸਾਹਿਬ ਬੈਠੇ, ਬਲਵੀਰ ਸਿੰਘ 6.5 ਫੁੱਟ ਜਵਾਨ ਬੱਚੀਆਂ, ਉਹਨਾਂ ਦੀਆਂ ਅਰਬੀਆਂ ਦੀਆਂ ਮਜਾਲ ਕੀ ਉਹਦਾ ਚਿਹਰਾ ਦਿਸ, ਗੁਰਕੇ ਉੱਪਰ ਤੱਕ ਪਾਏ ਹੈ। ਬੰਦਾ ਦੇਖੀ ਵੀ ਜਾਵੇ, ਕਿਉਂਕਿ ਉਹਨਾਂ ਕੋਲ 5 ਨਮਾਜ਼ਾਂ ਤੇ ਬਾਣਾ, ਸਾਡੇ ਕੋਲ ਕੁਛ ਵੀ ਨਹੀਂ ਰਹਿ ਗਿਆ। ਫਿਰ ਅਸੀਂ ਕਿਹਨੇ ਸਿੱਖੀ? ਉਹ ਸਿੰਗਰ ਸੀ ਨਾ ਭਾਵੇਂ, ਪਰ ਉਹਦਾ ਗਾਣਾ ਸੀ, ਉਹ ਮਰਨ ਤੋਂ ਬਾਅਦ ਚੱਲਿਆ ਵੀ ਜੇ ਅੱਜ ਲਾਹੌਰ ਨਾ ਸਾਡੇ ਤੋਂ ਦੂਰ ਹੁੰਦਾ ਨਾ, ਆ ਵੰਡ ਨਾ ਪਈ ਹੁੰਦੀ ਕਰਤਾਰਪੁਰ ਦੀ, ਅੱਜ ਸਾਡੇ ਸਰੀਰਾਂ ਤੇ ਕੱਪੜਾ ਹੁੰਦਾ ਜਿੱਦਾਂ ਉਹਨਾਂ ਦੇ। ਉਹ ਲੋਕ ਅਜੇ ਵੀ ਬਚੇ ਆ, ਆਪਣੀ ਕਹਾਣੀ ਖਤਮ ਹੋਣ ਵਾਲੀ ਕਹਿ ਕੇ ਵੇਖੋ ਕਿਸੇ ਆ ਤਾਂ ਗੁਰੂ ਘਰ ਸਾਂਝਾ ਕਰਕੇ ਇੱਥੇ ਕਥਾ ਕਰਦੇ ਨੇ ਕਿ ਇਹਦੇ ਘਰੇ ਇੱਦਾਂ ਕਿਉਂ ਅਗਲਿਆਂ ਨੂੰ ਸਿਰ ਪਾੜ ਦੇਣਾ। ਤੋ ਇਸ ਕਰਕੇ ਹੱਥ ਜੋੜ ਕੇ ਕਹਿੰਦੇ ਪਿਆਰ ਦੀਆਂ ਗੱਲਾਂ। ਗੁਰੂ ਨਾਨਕ ਤੇ ਲਾਲੋ ਦੀ ਪਿਆਰ ਦੀ ਗੰਢ ਸੀ। ਲਾਲੋ ਨੂੰ ਪਤਾ ਲੱਗ ਗਿਆ ਵੀ ਕਿਤੇ ਮਰਦਾਨੇ ਨੂੰ ਸ਼ੱਕ ਨਾ ਹੋ ਜਾਏ। ਹੁਣ ਲਾਲੋ ਜਾਣ ਕੇ ਪਤਾ ਕੀ ਕਹਿੰਦਾ, ਬੂਝਤ ਲਾਲੋ ਆਏ ਕਿਤ ਤੇ ਕਰਨ ਆਸਨ ਪੁੱਛ ਰਿਹਾ। ਕਹਿੰਦੇ ਬਾਬਾ ਕਿੱਥੋਂ ਆਇਆ? ਲਾਲੋ ਕਹਿੰਦਾ
ਬਾਬਾ ਕਿੱਥੋਂ ਆਇਆ, ਕੀ ਤੇਰਾ ਨਾਂ ਹੈ ਤੇ ਇੱਧਰ ਕਿਸ ਤਰ੍ਹਾਂ ਆਏ ਹੋ? ਵੇਸ ਪੂਰਬ ਰੂਪ ਅਨੂਪਮ ਮਧੁਰ ਮਖੁਰ ਗਤ ਦੇਨਾ। ਔਰ ਕਹਿੰਦੇ ਹਰ ਕੇ ਸੁੰਦਰ ਵੇਸ ਵਾਲੇ, ਉਪਮਾ ਤੋਂ ਰਹਿਤ, ਮਿੱਠੇ ਬੋਲਣ ਵਾਲੇ, ਮਧੁਰ ਮੁਖ ਜਿਵੇਂ ਸ਼ਹਿਦ ਪਾਇਆ ਗੁਰੂ ਨਾਨਕ ਸਾਹਿਬ ਇੰਨਾ ਮਿੱਠਾ ਬੋਲਦੇ। ਇਹਦੇ ਪਿਆਰ ਨਾਲ ਪੁੱਛਣਾ ਕੀਤਾ, ਚੀਤ ਨਿਰੰਤਰ ਪ੍ਰੀਤ ਵਦੀ ਮੁਝ ਹੇਰਤ ਹੋਵਤ ਚੈਨਾ। ਕਹਿੰਦੇ ਪਤਾ ਨਹੀਂ ਕਿਉਂ ਬਾਬਾ ਤੇਰਾ ਚਿਹਰਾ ਵੇਖ ਕੇ, ਤੇਰੇ ਚਰਨ ਦੇਖ ਕੇ, ਤੇਰੇ ਬੋਲ ਸੁਣ ਕੇ ਅੰਦਰ ਨੂੰ ਠੰਡ ਜੀ ਪੈ ਗਈ, ਬੜਾ ਰਸ ਜਿਹਾ ਆਇਆ। ਬਾਬਾ ਤੂੰ ਕੌਣ ਹੈ? ਮਹਾਰਾਜ ਹੱਸ ਪਏ। ਗੁਰੂ ਨਾਨਕ ਸਾਹਿਬ ਹੈ ਤਾਂ ਪਤਾ ਹੀ ਸੀ ਜਿੱਦਾਂ ਰਬਾਬੀ ਫਰੰਦਾ ਰਬਾਬ ਦੇ ਗਿਆ, ਉਹ ਵੀ ਮਹਾਰਾਜ ਦਾ ਸਹਿਯੋਗੀ ਸੀ। ਇੱਧਰ ਵੀ ਰਿਸ਼ਤੇ ਪਹਿਲੇ ਸੀ, ਪਰ ਉਹਨਾਂ ਨੇ ਭੇਦ ਰੱਖਿਆ। ਹੁਣ ਨਜੀਬ ਖੁਦਾਏ ਦੇ ਭੇਦ ਨਾ ਕਿਸੇ ਦੇ, ਬੜੇ ਪ੍ਰੇਮ ਦੇ ਨਾਲ ਲਾਲੋ ਕਹਿੰਦਾ ਤੁਸੀਂ ਕੌਣ ਹੋ? ਤੁਹਾਡਾ ਮੁਖਾਰ ਬਿੰਦ ਇੰਨਾ ਸੋਹਣਾ ਹੈ, ਤੁਹਾਡੇ ਮੁਖੜੇ ਤੋਂ ਰਸ ਹੁੰਦਾ ਹੈ, ਤੁਹਾਡੇ ਚਿਹਰੇ ਤੋਂ ਵੇਖ ਕੇ ਲੱਗਦਾ ਜਿਵੇਂ ਲੱਖਾਂ ਸੂਰਜਾਂ ਦੀ ਰੌਸ਼ਨੀ ਹੈ। ਤੁਸੀਂ ਕਿਹੜੇ ਦੇਸ਼ੋਂ ਆਏ ਹੋ? ਕਹਿ ਨਾਨਕ ਪਰਦੇਸੀ ਹਮ ਹੈ, ਨਹੀਂ ਨਕੀਰਤਨ ਨੇਰੇ। ਔਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਭੇ ਕਹਿੰਦੇ ਲਾਲੋ ਦੱਸ ਦਈਏ ਫਿਰ। ਲਾਲੋ ਨੇ ਰਮਜ ਮਾਰੀ ਮਹਾਰਾਜ ਵੇਖੋ ਕਿਤੇ ਪੜਦਾ ਨਾ ਖੋਲ ਦਿਓ, ਉਸੇ ਹੋਰ ਵੀ ਸੰਗਤ ਆਈ ਹੋਊਗੀ ਨਾ, ਏਡੀ ਗੱਲ ਨਹੀਂ। ਮਾਰੇ ਗਏ ਉੱਥੇ ਕੋਈ ਆ ਗਿਆ, ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਲਾਲੋ ਅਸੀਂ ਪਰਦੇਸੀ ਹਾਂ, ਯਾਤਰਾ ਤੇ ਨਿਕਲੇ ਆ ਤੇ ਪਹਿਲਾ ਪੜਾਅ ਤੇਰੇ ਕੋਲ ਕੀਤਾ। ਲਖੋ ਬੇਸ਼ ਦਰਵੇਸ਼ ਹਮਾਰੋ ਦੇਸ਼ ਵਿਦੇਸ਼ ਨਹਿਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਕੀਰ ਆ ਰੱਬ ਦੇ ਘਰ ਦੇ, ਜਿੱਧਰ ਨੂੰ ਰੱਬ ਲਈ ਜਾਂਦਾ ਉਧਰ ਨੂੰ ਤੁਰੇ ਜਾਵਾਂਗੇ। ਆ ਮੇਰਾ ਰਬਾਬੀ ਹੈ, ਅਸਾਂ ਦੋਵਾਂ ਚ ਕਾਇ ਫਰਕ ਨਹੀਂ, ਜੋ ਕਰਤਾਰ ਕੀ ਕੀਰਤੀ ਕਰਨੀ ਹੈ। ਦਰਸ਼ਨ ਪਰਸਤ ਮਿਟਤ ਕਲਖ ਸੋਭ ਬਦਨ ਬਿਰਾਜੇ। ਔਰ ਕਹਿੰਦੇ ਦਰਸ਼ਨ ਕਰਕੇ ਮਹਾਰਾਜ ਦੇ ਸਾਰੇ ਪਾਪ ਮਿਟ ਜਾਂਦੇ ਹਨ, ਭਾਵ ਜਿੰਨੇ ਵੀ ਮੁਖ ਦੇ ਅੰਦਰ ਸ਼ੰਕੇ ਖਤਮ ਹੋ ਜਾਂਦੇ ਹਨ। ਜਨਮ ਮਰਨ ਪਉ ਮਦ ਨਸ਼ਟ ਕਰ ਤਮ ਤਨ ਸਾਜੇ। ਔਰ ਕਹਿੰਦੇ ਹਨ ਕਿ ਤੁਹਾਡਾ ਸਰੀਰ ਸੁੰਦਰ ਸੋ ਰਿਹਾ, ਸਾਡੇ ਵਰਗੇ ਭਾਵ ਕਮਾਉਂਦੇ ਆ ਤੇ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਕੇ ਮੁਕਤ ਹੋ ਜਾਂਦੇ ਹਨ। ਅਵਸਰ ਨਰਗ ਕਰਤ ਤਿਨੇ ਅਪਵਰਗ ਉਧਾਰੇ। ਇਹਨੇ ਤੁਹਾਡੇ ਬਚਨ ਸੁਣ ਕੇ ਨਾ ਅੰਦਰ ਨੂੰ ਸਕੂਨ ਜਿਹਾ ਆ ਗਿਆ, ਐ ਲੱਗਦਾ ਤੁਸੀਂ ਕੋਈ ਅਵਤਾਰੀ ਪੁਰਸ਼ ਸਾਡੇ ਵਿਹੜੇ ਚ ਆਏ ਹੋ। ਉਪਜਤ ਸੁਖ ਔਰ ਮਦ ਸੁਨਤ ਹੋਂ ਬਚਨ ਤਿਹਾਰੇ। ਇਹਦੇ ਇਸ ਤਰ੍ਹਾਂ ਲੱਗਦਾ ਹੈ ਜਦੋਂ ਬਾਬਾ ਨਾਨਕ ਜੀ ਤੁਸੀਂ ਬੋਲਦੇ ਆ, ਤੁਹਾਡਾ ਇੱਕ ਇੱਕ ਬੋਲ ਅੰਦਰ ਨੂੰ ਖਿੱਚੀ ਜਾਂਦਾ ਹੈ। ਕਈਆਂ ਦੇ ਬੋਲ ਬੜੇ ਪਿਆਰੇ, ਕਈਆਂ ਦੇ ਬੱਚੇ ਪੜ੍ਹੇ ਲਿਖੇ ਆ, ਭੈਣਾਂ ਬੇਟੀਆਂ, ਬਹੂ ਬੇਟੀਆਂ, ਜਿਹੜੇ ਸੋਹਣੇ ਪਰਿਵਾਰਾਂ ਚੋਂ ਆਈਆਂ ਧੀਆਂ, ਉਹਨਾਂ 'ਚ ਇੰਨਾ ਕੁ ਸਲੀਕਾ, ਇੰਨੀ ਕੁ ਮਿਠਾਸ ਹੈ ਕਿ ਵਾਕਈ ਹਰ ਬੰਦੇ ਦਾ ਮਨ ਮੋਹ ਲੈਣਾ। ਇਹੋ ਹੀ ਹੁੰਦਾ ਚਾਰ ਭੈਣ ਭਰਾ ਝੜਦੀ ਝਾਟਾ ਹੀ ਉੱਥੇ ਕਿਹੜਾ ਬਹਿ ਰਹਿਣਾ। ਤੇ ਜਿਹੜਾ ਵਧੀਆ ਹੁੰਦਾ ਪ੍ਰੇਮ ਵਾਲਾ, ਉਹ ਫਿਰ ਗਾਈਡਨੈਸ ਚੰਗੀ ਕਰਦਾ, ਉਹਨੂੰ ਫਿਰ ਸਾਰੇ ਸੀਸਾਂ ਦਿੰਦੇ। ਖਾਣੇ ਦਾ ਬੱਚਾ ਬੜਾ ਵਧੀਆ, ਬੱਚੀ ਨੇ ਬੜੀ ਸੇਵਾ ਕੀਤੀ ਤੇ ਸੀਸਾਂ ਦਾ ਕਰਕੇ ਝੋਲੀਆਂ ਭਰਦੀਆਂ। ਤੇ ਕਈਆਂ ਨੂੰ ਹੰਕਾਰ ਹੁੰਦਾ ਆਪਣੇ ਸੋਹਣੇਪਨ ਦਾ, ਮਾਇਆ ਦਾ, ਉਹ ਕਿਸੇ ਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ। ਕਈਆਂ ਦੇ ਜਾਈਦਾ ਨਾ ਤੇ ਬੱਚੇ ਇੰਨੇ ਸਟੱਡੀ ਕੀਤੀ, ਪੜ੍ਹੇ ਲਿਖੇ, ਕੋਲੇ ਆ ਕੇ ਬਾਬਾ ਜੀ ਕੀ ਛਕਣਾ, ਏਦਾਂ ਲੱਗਦਾ ਜਿਵੇਂ ਆਪਣੇ ਪਰਿਵਾਰ। ਕਈ ਥਾਵਾਂ ਤੇ ਜਾਈਦਾ ਤੇ ਉਹ ਅੰਦਰ ਬੂਹਾ ਲੱਗ, ਉਹਦਾ ਕੋਈ ਮਤਲਬ ਨਹੀਂ ਸਾਡੇ ਘਰ ਕੌਣ ਆਇਆ, ਇਹ ਕਿੱਦਾਂ ਆਇਆ। ਉਹਨੂੰ ਮਾਇਆ ਦਾ ਹੰਕਾਰ, ਆਪਣੇ ਸੋਹਣੇਪਨ ਦਾ ਵੀ ਅਸੀਂ ਸੋਹਣੇ ਆ। ਤੇ ਹੈ ਤਾਂ 4 ਦਿਨਾਂ ਦੀ ਬੱਲੇ, ਜਾਣਾ ਅੰਤ ਝਾੜ ਕੇ ਜਿੰਦ ਨੂੰ ਮੌਤ ਸੁਨੇਹੇ ਘੱਲੇ ਛੇਤੀ। ਦੁਨੀਆ 4 ਦਿਨਾਂ ਦੀ ਬੱਲੇ, ਜਾਣਾ ਅੰਤ ਝਾੜ ਕੇ ਕੱਲੇ। ਜਿੰਦ ਨੂੰ ਮੌਤ ਸੁਨੇਹੇ ਘੱਲੇ ਛੇਤੀ, ਘਰੇ ਆਉਣ ਨੂੰ ਮਿਲਿਆ ਜਨਮ ਤੇਰਾ ਜਸ ਗਾਉਣ ਨੂੰ। ਮਾੜੀ ਏਬਾਂ ਪੁੱਟਤੀ ਜਖਣਾ, ਉੱਡ ਗਿਆ ਭੌਰ ਤੇ ਪਿੰਜਰਾ ਸਖਣਾ। ਇੱਕ ਵੀ ਰਾਤ ਘਰੇ ਨਹੀਂ ਰੱਖਣਾ, ਚੱਕ ਲੋ ਮੌਤ ਹਨੇਰੀ ਜਿੰਦ ਕਿਲੇ ਦੇ ਉਹੇ ਤੋਂ ਤੇਰਾ ਛੱਡਿਆ ਤੀਰ ਕਮਾਨੋ, ਕਿਹੜਾ ਨਿਕਲੀ ਗੱਲ ਜ਼ਬਾਨੋਂ। ਉਵੇਂ ਬੰਦਾ ਗਿਆ ਜਹਾਨੋਂ, ਕੁਝ ਵੀ ਆ ਕੇ ਦੱਸਦਾ ਨਹੀਂ। ਮਾੜੇ ਕਰਮਾਂ ਵਾਲਾ ਵਿੱਚ
ਸਵਰਗਾਂ ਵਸਦਾ ਨਹੀਂ, ਕਦੇ ਨਹੀਂ ਰਬ ਦਾ ਨਾਮ ਧਿਆਇਆ ਤੇ ਭੁੱਖੇ ਤਾਈ ਨਾ ਅੰਨ ਛਕਾਇਆ। ਤੈਨੂੰ ਮਹਾਂਪੁਰਖਾਂ ਸਮਝਾਇਆ ਬੀਤੇ ਵਕਤ ਥਿਆਉਂਦੇ ਨਹੀਂ, ਲੰਘ ਗਏ ਬਤਨਾ ਤੋਂ ਪਾਣੀ ਮੁੜ ਕੇ ਵਾਪਸ ਨਹੀਂ ਆਉਣੇ, ਲਾਹਾ ਲੈਓ ਭਾਈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਿਰਪਾ ਕਰੋ। ਤੁਮ ਚਰਨ ਸ਼ਰਨ ਮਨ ਪਰਨ ਮਮ ਕਰਨਾ ਕਰ ਕਰਨਾ ਡਰੋ। ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਲਾਲੋ ਕੀ ਚਾਹੀਦਾ, ਇਹਦੇ ਪਾਤਸ਼ਾਹ ਬਸ ਆਪਣੇ ਚਰਨਾਂ 'ਚ ਥਾਂ ਦੇ ਦੇ। ਤੁਸੀਂ ਭਜਨ ਸੁਣਾਈ ਜਾਓ ਤੇ ਮੈਂ ਬਹਿ ਕੇ ਸੁਣੀ ਜਾਵਾਂ, ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਆਇਓ ਪੜ੍ਹਨ ਸੁਣਨ ਕੋ ਬਾਣੀ। ਕਿੰਨਾ ਪਿਆਰ ਸੀ ਲਾਲੋ ਦੇ ਘਰੇ, ਐਵੇਂ ਜਨਾ ਬਾਪੂ ਦੇ। ਉਹਨੇ ਕੀ ਆਖਿਆ ਜੀ, ਤੁਸੀਂ ਭਜਨ ਸੁਣਾਈ ਜਾਓ ਤੇ ਮੈਂ ਅੱਜ ਗੁਰੂ ਸਾਹਿਬ ਦਾ ਭਜਨ ਸੁਣਾਉਂਦੇ ਪਰ ਲਾਗੇ ਬੈਠਦਾ ਹੀ ਕੋਈ ਬਾਠੀ ਵਿਚਾਰਾ ਤੇ ਸਪੀਕਰ ਤੇ ਲੱਗਾ ਹੁੰਦਾ, ਬਾਹਰ ਲੋਕਾਂ ਨੂੰ ਪਾਠ ਸੁਣਾਉਂਦਾ ਹੈ। ਪਿੰਡ ਸਾਰੇ ਨੂੰ ਆਵਾਜ਼ ਆਉਂਦੀ ਹੈ, ਜਿਨ੍ਹਾਂ ਦੇ ਘਰ ਹੈ ਉਹਨਾਂ ਨੇ ਇੱਕ ਪੰਕਤੀ ਵੀ ਨਹੀਂ ਸੁਣੀ। ਉਹ ਆਪਣੇ ਪ੍ਰੋਗਰਾਮ 'ਚ ਰੁੱਝੀ ਹੈ ਤੇ ਸਾਰੇ ਪਿੰਡ ਨੂੰ ਵਕਤ ਪਾਇਆ। ਅਗਲੇ ਕਹਿੰਦੇ ਬਾਬਾ ਆਵਾਜ਼ ਘਟਾਓ, ਜਵਾਕ ਪੜਾਉਣੇ ਆ। ਇਹ ਗੱਲ ਵੈਸੇ ਸਹੀ ਵੀ ਹੈ, ਕਿਉਂਕਿ ਜਿਹੜਾ ਭੌਰਾ ਹੁੰਦਾ, ਭੌਰਾ ਜਿਹੜਾ ਦੂਰੋਂ ਮਹਿਕ ਨਹੀਂ ਲੈਂਦਾ, ਉਹ ਆਪ ਫੁੱਲ ਤੇ ਬਹਿੰਦਾ। ਤੇ ਜਿਸ ਬੰਦੇ ਨੂੰ ਬਾਣੀ ਨਾਲ, ਗੁਰੂ ਨਾਲ ਪਿਆਰ ਸੰਗਤ ਨਾਲ, ਉਹਨੇ ਆ ਜਾਣਾ। ਤੇ ਲਾਹਾ ਵੀ ਉਹ ਲਊ ਜਿਹੜਾ ਚੇਚਾ ਚੱਲ ਗਿਆ। ਤੁਸੀਂ ਚੱਲ ਕੇ ਆਏ ਤੇ ਪਿਆਰ ਨਾਲ ਬੈਠੇ ਜੀ। ਜਿਹੜੀ ਫਰੀ ਦੀ ਚੀਜ਼ ਹੋਵੇ, ਬਾਰੇ ਬਾਰ ਬਾਬਾ ਜੀ ਸੁਣੀ ਜਾਵੇ, ਉਹਦਾ ਬਹੁਤਾ ਲਾਭ ਨਹੀਂ ਹੁੰਦਾ, ਉਹਦੀ ਕਦਰ ਵੀ ਨਹੀਂ ਹੁੰਦੀ, ਉਹਦੇ ਵਿੱਚ ਮਰਜ਼ਾਦਾ ਵੀ ਨਹੀਂ ਰਹਿ ਜਾਣੀ। ਹੋ ਸਕਦਾ ਤੁਸੀਂ ਘਰੇ ਪੈਗ ਲਾਉਂਦੇ ਤੇ ਉਧਰੋਂ ਬਾਹਰ ਤੇ ਲੈਂਦੇ ਆ ਤੇ ਉੱਥੇ ਕੀ ਕਹੋਗੇ, ਬਾਬਾ ਜੀ ਸਰਵਣ ਕਰ ਰਹੇ ਆਪੋ ਸਤਨਾਮ ਨਹੀਂ। ਗੁਰੂ ਸਾਹਿਬ ਦੇ ਕੋਲ ਜਿੱਦਾਂ ਭੌਰਾ ਫੁੱਲ ਤੇ ਬਹਿ ਜਾਂਦਾ ਤੇ ਰਸ ਆਉਂਦਾ ਹੈ। ਪਤੰਗਾ ਦੀਵੇ ਤੇ ਆਉਂਦਾ ਹੈ, ਮੱਛੀ ਜਲ ਵਿੱਚੋਂ ਕੱਢ ਦਿਓ ਤੜਫਦੀ ਨਹੀਂ। ਜੇ ਮੱਛੀ ਆ ਕੇ ਪਾਣੀ ਤੋਂ ਮੈਨੂੰ 2 ਕਿੱਲੇ ਦੂਰ ਰੱਖ ਦਿਓ, ਕਿਉਂ ਨਹੀਂ ਮੈਨੂੰ ਪਾਣੀ ਦੀ ਆਵਾਜ਼ ਆ ਰਹੀ, ਪਾਣੀ ਵਗ ਰਿਹਾ ਛਾਂ ਛਾਂ ਕਰਕੇ, ਨਹੀਂ ਮਰ ਜਾਵੇਗੀ। ਤੇ ਮਹਾਰਾਜ ਕਹਿੰਦੇ ਅੱਖਾਂ ਦੀਵਾ ਮਰ ਜਾਓ। ਲਾਲੋ ਕਹਿੰਦਾ ਪਾਤਸ਼ਾਹ ਨੂੰ ਕੋਲੇ ਬਿਠਾ ਲਓ, ਤੁਸੀਂ ਸੁਣਾਈ ਜਾਓ ਤੇ ਮੈਂ ਸੁਣੀ ਜਾਵਾਂ। ਦੋਹਰਾ ਬੋਲੇ ਸ਼੍ਰੀ ਮੁਖ ਸੋ ਬਚਨ, ਜਾਨ ਜਾਓਗੇ ਆਪ। ਮਾਰੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਲਾਲੋ ਤੂੰ ਸਾਨੂੰ ਦੱਸਣ ਨਹੀਂ ਦਿੰਦਾ, ਦੱਸ ਦਈਏ ਫਿਰ ਤੇਰਾ ਮੇਰਾ ਕੀ ਰਿਸ਼ਤਾ ਹੈ। ਅਬ ਐਸੋ ਕ੍ਰਿਤ ਕੋ ਕਰੋ, ਹਰ ਹਰ ਜਪੀਏ ਜਾਪ। ਲਾਲੋ ਕਹਿੰਦਾ ਨਹੀਂ ਮਹਾਰਾਜ, ਤੁਸੀਂ ਜਾਪ ਹੀ ਜਪਾ ਦਿਓ, ਮੈਂ ਜਪੀ ਜਾਵਾਂਗਾ ਸਤਨਾਮ। ਵਾਹਿਗੁਰੂ ਕੇ ਬਾਰੇ ਨੂੰ ਸਭ ਤੋਂ ਪਿਆਰੀ ਚੀਜ਼ ਹੈ ਸਿਮਰਨ। ਬਾਣੀ 'ਚ ਵੀ ਮਹਾਰਾਜ ਨੇ ਲਿਖਿਆ ਵੀ ਮੇਰੇ ਘਰ ਕੋਈ ਬਹੁਤ ਸੋਹਣਾ ਬਣ ਕੇ ਆ ਜੇ, ਬਹੁਤ ਮਹਿੰਗੀਆਂ ਪਟਾਵਾਂ ਲੈ ਕੇ ਆ ਜੇ, ਬਹੁਤ ਮਹਿੰਗੀਆਂ ਵਸਤੂਆਂ ਲੈ ਕੇ ਆ ਜੇ, ਪਰ ਮੈਨੂੰ ਤੇ ਉਹ ਸੋਹਣਾ ਲੱਗਦਾ ਜਿਹੜਾ ਸੰਗਤ ਵਿੱਚ ਬਹਿ ਕੇ ਬਾਣੀ ਪੜ੍ਹਦਾ। ਵਾਹੋ ਵਾਹੋ ਕਰੇ ਸੇ ਜਨ ਸੋਹਣੇ, ਜਨ ਕੋ ਪਰਜਾ ਪੂਜਣ ਆਏ। ਬਸ ਜਿਹੜਾ ਬੈਠ ਜਾਂਦਾ ਬਹੁਤ ਸੁੰਦਰ ਲੱਗਦਾ ਹੈ। ਪ੍ਰਗਟਿਓ ਤਪਾਇ ਸ਼੍ਰੀ ਨਾਨਕ, ਭਾਸਤੋ ਤੁਮ ਸੋ। ਕਹਿੰਦੇ ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਲੋ ਨਾਮੀ ਸਿੱਖ ਦੇ ਘਰ ਆਪ ਜਾ ਕੇ ਬੈਠੇ ਹਨ, ਆਪ ਪ੍ਰਗਟ ਹੋਏ ਹਨ। ਨਹਿ ਸਮਾਨ ਰਾਵਰ ਕੋ ਦਿਸੇ, ਖੋਜੋ ਰਸ ਦਿਸ ਜੋ। ਤੇ ਲਾਲੋ ਕਹਿੰਦਾ ਮਹਾਰਾਜ ਦਸਾਂ ਦਿਸ਼ਾਵਾਂ 'ਚ ਮੈਂ ਫਿਰ ਕੇ ਵੇਖ ਲਾਂ, ਪਰ ਮੈਨੂੰ ਤੇਰੇ ਵਰਗਾ ਨਹੀਂ ਕੋਈ ਨਜ਼ਰ ਆਉਂਦਾ। ਤੇਰੀਆਂ ਤੁਹੀਓ ਜਾਣੇ ਸਾਹਿਬਾਂ, ਤੇਰੀਆਂ ਤੁਹੀਓ ਜਾਣੇ। ਨਿਰੰਕਾਰ ਦਾ ਸਪਾਵਨ ਸਰੂਪ ਸੁੰਦਰ ਮੁਖੜਾ, ਵਾਕਈ ਸਾਧ ਸੰਗਤ ਜੀ ਉਹਦੀ ਦੁਨੀਆ ਕਿੰਨੀ ਸੋਹਣੀ ਹੈ। ਜਿਹਨੇ ਬਣਾਈ ਹੈ ਤੇ ਆਪ ਕਿੰਨਾ ਸੋਹਣਾ ਹੋਊਗਾ। ਇਸ ਕਰਕੇ ਦੁਨੀਆ ਤੋਂ ਕੀ ਲੈਣਾ, ਬਣਾਉਣ ਵਾਲੇ ਵੱਲ ਹੋ ਜਾ। ਉਹਨੂੰ ਲੱਭਣਾ ਸ਼ੁਰੂ ਕਰ ਦੇ, ਜਦੋਂ ਉਹ ਲੱਭ ਗਿਆ ਸਾਰਾ ਕੁਝ ਮਿਲ ਜਾਵੇਗਾ। ਤਦਪ ਕੀ ਤੁਮਰੇ ਬਿਨ ਭਾਖੇ, ਨਹਿ ਅਵਤ ਪ੍ਰਤੀਤੂ। ਔਰ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਮਹਾਰਾਜ ਜਦ ਤੱਕ ਤੁਸੀਂ ਆਪ ਨਹੀਂ ਕਹਿੰਦੇ, ਆਪ ਨਹੀਂ ਰਸਨਾ ਤੋਂ ਉਚਾਰਦੇ, ਕੋਈ ਬਖਸ਼ਿਸ਼ ਮੈਨੂੰ ਪ੍ਰਤੀਤ ਨਹੀਂ ਆਉਂਦੀ। ਕਹਿ ਮਰਦਾਨਾ ਜਨ ਸੋ, ਰੱਖੋ ਸ਼ਰਧਾ ਚਿਤੋ। ਮਰਦਾਨੇ ਨੇ ਕਿਹਾ ਉਹ ਸਮਝੋ ਤੇ ਚਿੱਤ ਵਿੱਚ ਸ਼ਰਧਾ ਰੱਖੋ
ਕਹਿੰਦੇ ਗੁਰੂ ਨਾਨਕ ਨੂੰ ਉਹੀ ਸਮਝ ਸਕਦਾ ਜਿਹਦੇ ਚਿੱਤ 'ਚ ਸ਼ਰਧਾ, ਭਾਵਨਾ। ਭਾਵਨਾ ਤੋਂ ਬਿਨਾਂ ਬਾਬੇ ਨੂੰ ਬੁੱਝਿਆ ਨਹੀਂ ਜਾਂਦਾ। ਆ ਕਥਾ ਵੀ ਭਾਵਨਾ ਹੀ। ਭਾਵਨਾ ਨਾਲ ਬੋਲੋਗੇ ਤੇ ਰਸ ਆਊਗਾ, ਉਦਾਂ ਅਰਥ ਕਰਾਂਗੇ ਤੇ ਕੋਈ ਸਮਝ ਨਹੀਂ ਆਉਂਦੀ। ਪੜ੍ਹਨ ਵਾਲੇ ਨੇ ਪੜ੍ਹੀ ਜਾਣਾ, ਕਰਨ ਵਾਲੇ ਨੇ ਕਰੀ ਜਾਣਾ ਤੇ ਅਸੀਂ ਬੈਠੇ ਰਹਿ ਜਾਣਾ। ਤੇ ਮਹਾਰਾਜ ਨੇ ਤਾਂ ਕਰਕੇ ਲਿਖਦਾ, ਜੋ ਸ਼ਰਧਾ ਕਰ ਗੁਰਬਾਰ ਵਾਹਿਗੁਰੂ ਨਾਮ ਜਹਾਜ ਹੈ। ਆਓ ਚੜੀਏ ਹੁਣ ਆਪਾਂ 2-3 ਦਿਨ ਸਾਹ ਲੈਣਾ ਵਾਹਿਗੁਰੂ। ਛੁੱਟੀ ਹੁੰਦੀ ਹੈ ਜਵਾਕਾਂ ਨੂੰ ਸਕੂਲ, ਉਹਨਾਂ ਨੂੰ ਬੜੀ ਖੁਸ਼ੀ ਹੁੰਦੀ, ਛੁੱਟੀਆਂ ਹੋ ਗਈਆਂ। ਆਪਾਂ ਵੀ 2-3 ਦਿਨ ਛੁੱਟੀ ਤਾਂ ਨਹੀਂ ਕੀਤੀ, ਪਰ ਇਹਨਾਂ ਵੀ ਰਸ ਬਦਲ ਜਾਣਾ। ਜਿੱਥੇ ਗੱਲਾਂ ਬਾਤਾਂ ਕਰ ਲਿਆ, ਹੁਣ ਸੱਚੀ ਬਾਣੀ ਦਾ ਜਾਪ ਕਰ। ਕੱਲ ਨੂੰ 10:30 ਵਜੇ ਖੜ ਜਾ ਆਰੰਭ ਹੋ ਜਾਣੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ। ਜਿਨ੍ਹਾਂ ਦੇ ਉੱਤੇ ਗੁਰੂ ਖੁਸ਼ ਹੁੰਦਾ, ਭਾਈ ਸਰਬਜੀਤ ਸਿੰਘ ਜੀ, ਉਸ ਪਰਿਵਾਰ ਵੱਲੋਂ ਨਵਾਂ ਚੰਦੋਆ ਸਾਹਿਬ ਦੀ ਸੇਵਾ ਹੋਈ। ਭਾਵਨਾ ਦੇ ਨਾਲ 20,000 ਰੁਪਏ ਦੀ ਭਾਵਨਾ ਨਾਲ ਸੇਵਾ ਕੀਤੀ, ਅਰਦਾਸ ਕੀਤੀ ਸੀ ਮਹਾਰਾਜ ਭੁਜੰਗੀ ਦੀ ਦਾਤ ਬਖਸ਼ੋ। ਮਹਾਰਾਜ ਨੇ ਭੁਜੰਗੀ ਬਖਸ਼ਿਆ। ਇਸੇ ਤਰ੍ਹਾਂ ਭਾਈ ਸੁਰਜੀਤ ਸਿੰਘ ਜੀ, ਉਹਨਾਂ ਦੇ ਭੁਜੰਗੀ ਦਾ ਜਨਮ ਦਿਨ ਹੈ। तुम्हारे सच्चे पातशाह बड़ी बड़ी आदमी बख्श, माता पिता के आज्ञाकार ब्राह्मणों वालों प्रसाद की सेवा हुई है। जो मांगे ठाकुर अपने दे सोई कर कोई घाट नहीं है। अरदास करो हमारे सानू ही दे, असी भी तेरे घर सेवा करिए, असी भी भावना नाल रहम तेरे घर प्राप्त करिए। आओ दो चार मिनट सारे नेत्र बंद करो, रस दे विच जुड़ो। तुसीं बोलना सारिਆਂ ने वाहिगुरू 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 वाहिगुरू
सतगुर जी ने रसना दिती। सदा ही जपते रहिए, सदा ही जपते रहिए, सदा ही जपते रहिए, सदा ही जपते रहिए। सतगुर जी ने अखियां दितियां, सतगुर जी ने अखियां दितियां, सतगुर जी ने अखियां दितियां, सतगुर जी ने अखियां दितियां। दर्शन करते रहिए, दर्शन करते रहिए, दर्शन करते रहिए, दर्शन करते रहिए। सतਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਲੱਖ ਕਾ ਮਾਫ ਕਰੇ ਸਾਧ ਸੰਗਤ ਜੀ। ਕੱਲ੍ਹ 10:30 ਵਜੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਤਤੀਆਂ ਤਵੀਆਂ ਤੇ ਬੈਠ ਗਏ। ਤੱਤਾ ਜੀਤਾ ਸਿਰ ਵਿੱਚ ਪਵਾਇਆ ਸਾਹਿਬ ਜੀ ਸਾਡੇ ਵਾਸਤੇ ਵਰਬਾਣੀ ਪੜ੍ਹਦੇ ਰਹੇ, ਹੱਸਦੇ ਰਹੇ ਮਹਾਰਾਜ। ਚੰਦੂ ਦੀਵਾਨ ਵਰਤ ਦਾ ਖਾਣ ਪੀਂਦਾ ਬਾਬਾ ਤੇਰਾ ਹਾਸਾ ਬੰਦ ਕਰਨਾ। ਮਾਰੇ ਕਹਿੰਦੇ ਇਹ ਨਹੀਂ ਇਹਦੇ ਤੈਨੂੰ ਲਵਾਉਣਾ ਹੈ। ਪਹਿਲਾਂ ਤੱਤੀ ਤਵੀ ਤੇ ਬਿਠਾਇਆ, ਜਦੋਂ ਮਾਰੇ ਫੇਰ ਵੀ ਕੋਈ ਸੀ ਬਾਣੀ ਪੜ੍ਹਦੇ ਸੀ, ਉਹ ਕਹਿੰਦਾ ਵੀ ਰੋਂਦੇ ਕਿਉਂ ਨਹੀਂ। ਮਾਰੇ ਕਹਿੰਦੇ ਤੂੰ ਸਾਨੂੰ ਲਵਾ ਨਹੀਂ ਸਕਦਾ, ਸਾਡੇ ਕੋਲ ਆਨੰਦ ਸਾਹਿਬ ਹੈ। ਕਹਿੰਦਾ ਪੱਗ ਲਾਓ, ਮਾਰੇ ਦੀ ਪੱਗ ਉਤਾਰੀ ਗਈ ਅਸੀਂ ਕੋਲ। ਮਾਰੇ ਦੇ ਕੇਸ ਖੋਲ ਕੇ ਕਹਿੰਦਾ ਸੜਦਾ ਸੜਦਾ ਰੇਤ ਪਾਓ। ਤੱਤਾ ਦਿੱਤਾ ਤਾਲੂ ਪੈ ਗਿਆ, ਮੇਰੇ ਪਾਤਸ਼ਾਹ ਤਾਂ ਵੀ ਹੱਸ ਗਏ। ਕਹਿੰਦਾ ਬਾਬਾ ਕਿੰਨਾ ਕਿ ਚਿਰ ਹੱਸੇਗਾ, ਇੱਕ ਵੇਰਾ ਤੇ ਤੈਨੂੰ ਖਤਮ ਕਰਨਾ ਹੈ, ਤੇਰੀ ਜ਼ੁਬਾਨ ਚੁੱਪ ਕਰਾਉਣੀ ਹੈ। ਮੇਰੇ ਪਾਤਸ਼ਾਹ ਕੇ ਕਹਿੰਦੇ ਚੰਦੂ ਸਾਡੀ ਜ਼ੁਬਾਨ ਸਾਡੀ ਆਵਾਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਧਰਤੀ ਤੇ ਰਹੂਗਾ ਸਾਡੀ ਆਵਾਜ਼ ਬੁਲੰਦ ਰਹੂਗੀ। ਇਸ ਕਰਕੇ ਮਹਾਰਾਜ ਦੇ ਕੋਲ ਬਾਤ ਆਪਾਂ ਭਾਗਾਂ ਵਾਲੇ ਜਿਨ੍ਹਾਂ ਨੂੰ ਐਡਾ ਵੱਡਾ ਪਵਿੱਤਰ ਸਥਾਨ ਦੇ ਗਏ ਮਹਾਰਾਜ। ਸੋ ਸਾਧ ਸੰਗਤ ਰਾਤ ਚੜ੍ਹ ਕੇ ਰਸਨਾ ਰਸਨਾ ਆਪਣੀ ਜੀਵਨ ਯਾਤਰਾ ਨੂੰ ਸਫਲ ਕਰੋ। ਸੋ ਹੁਣ ਬੇਨਤੀ ਹੈ ਗੁਰੂ ਪਾਤਸ਼ਾਹ ਦੀ ਸੰਗਤ ਪ੍ਰਸ਼ਾਦ ਪ੍ਰਾਪਤ ਕਰਨਾ ਹੈ। ਉਹ ਭਾਈ ਗੁਰਦਿਆਲ ਸਿੰਘ ਜਿਨ੍ਹਾਂ ਨੇ ਥੋੜੇ ਸਮੇਂ 'ਚ ਬਹੁਤ ਵੱਡੀ ਬਖਸ਼ਿਸ਼ ਪ੍ਰਾਪਤ ਕੀਤੀ। ਮੈਂ ਸਵੇਰੇ ਵੀ ਕਥਾ 'ਚ ਕਿਹਾ ਸੀ, ਇਹ ਕਥਾ ਤੇ ਬਹੁਤ ਸਾਲ ਹੋ ਗਏ ਸੁਣਾਉਂਦੇ, ਤੇ ਬੜਾ ਸਾਲ ਕੀਤੀਆਂ ਨੂੰ ਵੀ ਹੋ ਗਏ। ਪਰ ਭਾਈ ਸਾਹਿਬ ਜੀ ਪਹਿਲੀ ਦਫਾ ਮਿਲੇ ਸੀ ਨਾ ਕਲੀਨ ਸ਼ੇਪ ਸਿੱਧਾ, ਪੁਲਿਸ ਦੀ ਨੌਕਰੀ ਵੀ ਕੀਤੀ ਹੈ, ਦਾਰੂ ਵੀ ਪੀਂਦੇ ਸੀ। ਤੇ ਏਦਾਂ ਹੀ ਸੁਖਮਨੀ ਸਾਹਿਬ ਤੇ ਮੈਂ ਸਿਰਫ 5 ਮਿੰਟ ਸਪੀਚ ਕੀਤੀ ਤੇ ਭਾਈ ਸਾਹਿਬ ਨੂੰ ਬਾਹਰ ਮਿਲੇ ਤੇ ਗੋਡੀਆਂ ਹੱਥ ਲਾਇਆ, ਕਹਿੰਦੇ ਮੈਨੂੰ ਆਪਣਾ ਸਿੱਖ ਬਣਾ ਲਓ। ਹੱਸ ਮੈਂ ਕਿਹਾ ਭਾਈ ਮੈਂ ਬਾਬਾ ਨਹੀਂ ਹੈ, ਮੈਂ ਵੀ ਸਿੱਖ ਹਮਾਰੇ ਦਾ ਕਹਿਣਾ ਸੀ ਚੇਲਾ ਬਣਾਓ, ਇਹਦੇ ਸਿੱਖ ਬਣਾਓ, ਪਿਆਰ ਹੋੜ ਪਿਆ। ਮੈਂ ਕਿਹਾ ਵੀ ਤੁਸੀਂ ਬਸ ਰੋਜ਼ ਸੰਗਤ ਚ ਆਉਣਾ, ਆਪਣੀ ਦਾੜੀ ਰੰਗਣ ਵਾਲ ਜੋ ਜੇ ਗੁਰੂ ਦਾ ਸਰੂਪ ਧਾਰਨ ਕਰ ਲਓ। ਐਡੀ ਵੱਡੀ ਮਿਹਰ ਹੋਈ ਮਹਾਰਾਜ ਦੀ ਸੱਚੇ ਪਾਤਸ਼ਾਹ ਜੀ। ਭਾਈ ਸਾਹਿਬ ਨੇ ਸੁਣਿਆ ਮੰਨਿਆ ਮਨ ਬਹੁਤ ਹੀ ਸੰਗਤ ਸੁਣ ਲੈਂਦੀ ਪਰ ਮੰਨਦਾ ਹੁੰਦਾ ਨਹੀਂ। ਅਗਲੇ ਕਹਿੰਦੇ ਚਲੋ ਬਾਬੇ ਤੇ ਕਹਿੰਦੇ ਰਹਿੰਦੇ ਆਪਾਂ ਨੂੰ ਕੀ ਤੇ ਕੱਲ ਨੂੰ ਅੜ ਜਾਣਾ, ਪਰਸੋਂ ਨਵਾਂ ਬਾਬਾ ਆ ਜਾਵੇ। ਤੇ ਸੁਣਨ ਦੀ ਦੁਨੀਆ ਬਹੁਤ ਆ, ਗਰਾਰੀ ਅੜਦੀ ਮੰਨਣ ਤੇ। ਇਸ ਕਰਕੇ ਭਾਈ ਸਾਹਿਬ ਨੇ ਉਹ ਪੇਪਰ ਪਾਸ ਕਰ ਲਿਆ। ਮੈਂ ਬੇਨਤੀ ਕਰਾਂਗਾ ਬਜ਼ੁਰਗਾਂ ਨੂੰ ਕਿ ਭਾਈ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਉੱਠ ਕੇ ਆਉਣ ਤੇ ਸੰਗਤ ਵੱਲੋਂ ਸੀਸ ਪ੍ਰਾਪਤ ਕਰਨ। ਸਿਰ ਪਾਓਗੇ ਹੋ ਜੀ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ